ਅਸੀਂ ਪਿਛਲੇ ਹਫ਼ਤੇ ਤੋਂ 2-3 ਹਫ਼ਤਿਆਂ ਤੋਂ ਤਕਰੀਬਨ ਅਸੀਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਕਿਸਾਨ ਅੰਦੋਲਨ ਦੀ ਗੱਲਬਾਤ ਅਸੀਂ ਕਰਦੇ ਹਾਂ। ਬੜਾ ਚਿੰਤਾ ਦਾ ਵਿਸ਼ਾ ਹੈ, ਪਰ ਕਿਸਾਨ ਅੰਦੋਲਨ, ਕਿਸਾਨਾਂ ਦੀਆਂ ਮੁਸ਼ਕਲਾਵਾਂ ਇੱਥੇ ਤੱਕ ਪਹੁੰਚੀਆਂ ਕਿਵੇਂ? ਇਹ ਅੱਜ ਦੀ ਗੱਲ ਨਹੀਂ ਹੈ, ਇਹ ਕਾਫੀ ਸਾਲਾਂ ਤੋਂ ਹੌਲੀ ਹੌਲੀ ਚੱਲਦਾ ਆ ਰਿਹਾ। ਕਿਸਾਨੀ ਕਿੱਧਰ ਨੂੰ ਜਾ ਰਹੇ ਸੀ, ਅਤੇ ਅਸੀਂ ਗੱਲਬਾਤ ਹਰ ਹਫ਼ਤੇ ਕਰਦੇ ਹਾਂ ਸੁਰਜੀਤ ਸਿੰਘ ਝਬੇਲਵਾਲੀ ਹੁਣਾਂ ਦੇ ਨਾਲ ਕਿਸਾਨੀ ਦੇ ਮੁੱਦੇ ਦੇ ਉੱਤੇ। ਇੱਕ ਵਾਰੀ ਫਿਰ ਅਸੀਂ ਸਵਾਗਤ ਕਰਨ ਜਾ ਰਹੇ ਹਾਂ ਸੁਰਜੀਤ ਸਿੰਘ ਝਬੇਲਵਾਲੀ ਦਾ। ਸਾਂਝਾ ਪੰਜਾਬ 'ਤੇ ਹਰ ਹਫ਼ਤੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਨੇ। ਸੁਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਕਮਿੰਗ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਦੋਸਾਂਝ ਸਾਹਿਬ, ਤੁਹਾਡਾ ਅਤੇ ਸਾਂਝਾ ਪੰਜਾਬ ਸੁਣਨ ਵਾਲੇ ਸਾਰੇ ਸਰੋਤਿਆਂ ਦਾ, ਔਰ ਵਿਸ਼ੇਸ਼ ਤੌਰ 'ਤੇ ਜੋ ਕਿਸਾਨ ਵੀਰ ਆਪਣੀਆਂ ਹੱਕਾਂ ਦੇ ਲਈ, ਆਪਣੀਆਂ ਮੰਗਾਂ ਦੇ ਲਈ ਉੱਥੇ ਦਿੱਲੀ ਆਪਣੀਆਂ ਸ਼ਹੀਦੀਆਂ ਦੇ ਰਹੇ ਹੈ, ਔਰ ਆਪਣੇ ਬਹੁਤ ਹੀ ਜ਼ਿਆਦਾ ਮਤਲਬ ਜਿਹੜੇ ਦੁੱਖ ਦੇ ਵਿੱਚੋਂ ਲੰਘ ਰਹੇ ਹੈ। ਸੋ ਉਹਨਾਂ ਨੂੰ, ਜਿਹੜੇ ਸਾਡੇ ਭਰਾ ਸਾਥੀ ਸਾਥ ਛੱਡ ਗਏ, ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਰਧਾਂਜਲੀ ਦਿੰਦੇ ਹਾਂ ਜੀ, ਔਰ ਨਾਲ ਆਸ ਕਰਦੇ ਹਾਂ ਕਿ ਇਹ ਜਿਹੜੀ ਪ੍ਰੋਬਲਮ ਹੈ ਇਹਦਾ ਛੇਤੀ ਹੱਲ ਨਿਕਲੇ। ਰੱਬ ਕੋਲੇ ਦੁਆ ਕਰਦੇ ਹਾਂ। ਪਿਛਲੇ ਪ੍ਰੋਗਰਾਮ ਜਿਹੜੇ ਅਸੀਂ ਕੀਤੇ ਸੀ ਉਹਨਾਂ ਦੇ ਵਿੱਚ ਸਾਡਾ ਬਹੁਤਾ ਜ਼ੋਰ ਇਹ ਸੀ ਕਿ ਕਿਵੇਂ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਸੀਗੀਆਂ ਜੀ, ਉਹ ਦੂਸਰੇ ਕੰਟਰੀਆਂ 'ਚ ਗਈਆਂ। ਸਾਡੇ ਕਿਤੇ ਤੁਹਾਨੂੰ ਪਤਾ ਹੋਣਾ ਹੈ, ਇੱਕ ਨੀਲ ਦਾ ਉਦਯੋਗ ਹੁੰਦਾ ਸੀ। ਹਾਂਜੀ, ਨੀਲ ਦਾ ਉਦਯੋਗ ਤਬਾਹ ਹੋਇਆ। ਫਿਰ ਜਿਹੜੀ ਕੈਲਕਟਾ ਦੇ ਨੇੜੇ ਜਿੰਨੀ ਵੀ ਇੰਡਸਟਰੀ ਸੀ ਨਾ ਟੈਕਸਟਾਈਲ ਦੀ ਸਾਡੀ ਪੁਰਾਣੀ, ਜਿਹਦੇ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਢਾਕੇ ਦੀ ਮਲਮਲ ਉੱਥੇ ਬਣਦੀ ਸੀ। ਢਾਕਾ ਸਮੁੰਦਰ ਤਲ ਦੇ ਨੇੜੇ ਸੀ, ਔਰ ਕਾਟਨ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਉੱਥੇ ਹਵਾ ਦੇ ਵਿੱਚ ਨਮੀ ਹੋਵੇ। ਉਹ ਕਿਵੇਂ ਫਿਰ ਜਿਹੜਾ ਮਾਨਚੈਸਟਰ ਦੀਆਂ ਮਿੱਲਾਂ ਦਾ ਕੱਪੜਾ ਸੀਗਾ, ਉਹਨੇ ਢਾਕੇ ਦੀ ਮਲਮਲ ਦਾ ਪੂਰਾ ਉਦਯੋਗ, ਜਿੰਨੇ ਉੱਥੇ ਵੀਵਰ ਸੀਗੇ ਕੱਪੜਾ ਬਣਾਉਣ ਦਾ, ਸਾਰੀ ਟੈਕਸਟਾਈਲ ਇੰਡਸਟਰੀ ਜਿਹੜੀ ਸੀ, ਉਹ ਕਿਵੇਂ ਕਾਰਪੋਰੇਟ ਸੈਕਟਰ ਨੇ ਤਬਾਹ ਕੀਤੀ ਜੀ। ਸਾਨੂੰ ਦੂਸਰੀ ਵੀਡੀਓ ਦੇ ਵਿੱਚ ਅਸੀਂ ਪਾਣੀ ਦੇ ਬਾਰੇ ਜ਼ਿਕਰ ਕੀਤਾ ਸੀ, ਔਰ ਕਾਫੀ ਸਾਰੀਆਂ ਫੋਨ ਕਾਲਸ ਔਰ ਲੋਕਾਂ ਦੇ ਦੋਸਤਾਂ ਦੇ ਕੰਟੈਕਟ ਆਏ ਕਿ ਤੁਸੀਂ ਪਾਣੀ ਬਚਾਉਣ ਦਾ, ਝੋਨੇ ਦੀ ਆਪਾਂ ਗ੍ਰੀਨ ਮੌਨਸਟਰ ਦੀ ਗੱਲ ਕੀਤੀ ਸੀ ਜੀ। ਫਿਰ ਇੱਕ ਦੋ ਹੋਰ ਸੁਝਾਅ ਆਏ ਆਪਾਂ ਅੱਗੇ ਚੱਲ ਕੇ, ਉਹ ਸੁਝਾਅ ਵੀ ਬੜੇ ਕੀਮਤੀ ਲੱਗੇ ਮੈਨੂੰ। ਆਪਣੇ ਮਾਈਂਡ 'ਚ ਵੀ ਨਹੀਂ ਸੀਗੇ ਕਿ ਲੋਕ ਇੰਨੇ ਸੁਹਿਰਦ ਨੇ ਔਰ ਇੰਨੇ ਪੜ੍ਹੇ ਲਿਖੇ ਲੋਕ ਬੈਠੇ ਨੇ। ਇਹ ਸਾਰੇ ਕਾਸੇ ਤੋਂ ਪਹਿਲਾਂ ਨਾ ਇੱਕ ਗੱਲ ਇਹ ਮੈਂ ਕਿਸਾਨ ਭਰਾਵਾਂ ਨੂੰ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ। ਹਾਂਜੀ ਹਾਂਜੀ, ਸਲਾਹ ਦੇਣ ਜੋਗੇ ਤਾਂ ਨਹੀਂ ਅਸੀਂ, ਕਿ ਇਹ ਪਹਿਲੀ ਮੂਵਮੈਂਟ ਨਹੀਂ ਹੈਗੀ। ਜੇ ਇਤਿਹਾਸ ਵਿੱਚ ਜਾਈਏ ਤਾਂ ਕਾਫੀ ਸਾਰੀਆਂ ਮੂਵਮੈਂਟਸ ਹਿੰਦੁਸਤਾਨ ਦੇ ਲੈਵਲ 'ਤੇ ਜੀ, ਜਾਂ ਫਿਰ ਜਿਹੜੀਆਂ ਸੀਗੀਆਂ ਪੰਜਾਬ ਦੇ ਲੈਵਲ ਦੇ ਉੱਪਰ, ਕਾਫੀ ਸਾਰੀਆਂ ਸਮੱਸਿਆਵਾਂ ਜਿੱਥੇ ਸਰਕਾਰਾਂ ਦੇ ਅਤੇ ਲੋਕਲ ਲੋਕਾਂ ਦੇ ਜਿਹੜੇ ਇਸ਼ੂ ਸੀਗੇ ਉਹ ਟਕਰਾਏ ਸੀ। ਜੀ, ਮੈਂ ਪੰਜਾਬ ਦੀ ਜਦੋਂ ਗੱਲ ਕਰਦਾ ਤਾਂ 3 ਮੋਰਚਿਆਂ ਦਾ ਜ਼ਿਕਰ ਇੱਥੇ ਕਰਨਾ ਬਣਦਾ ਹੈ। ਪਹਿਲਾ ਮੋਰਚਾ ਸੀ ਨਨਕਾਣਾ ਸਾਹਿਬ ਦਾ, ਹਾਂਜੀ। ਦੂਸਰਾ ਸੀਗਾ ਚਾਬੀਆਂ ਦਾ ਮੋਰਚਾ, ਅਤੇ ਤੀਸਰਾ ਸੀ ਜੈਤੋ ਦਾ ਮੋਰਚਾ ਜੀ। ਉਹ 3 ਮੋਰਚਿਆਂ ਦੇ ਵਿੱਚ ਕੱਲ੍ਹ ਸਾਨੂੰ ਸਾਡੇ ਇੱਕ ਦੋਸਤ ਦਾ ਫੋਨ ਆਇਆ। ਹਾਂਜੀ। ਉਹਨਾਂ ਦੇ ਗ੍ਰੈਂਡਫਾਦਰ ਉਹਦੇ ਵਿੱਚ ਇਨਵੋਲਵ ਸੀਗੇ ਜੈਤੋ ਦੇ ਮੋਰਚੇ 'ਚ। ਇਹ 3 ਮੋਰਚਿਆਂ ਵਿੱਚ ਜਾਣ ਵਾਲੇ ਜਿਹੜੇ ਬੰਦੇ ਸੀ, ਜਿਨ੍ਹਾਂ 'ਚ ਮੈਂ ਨਾਂ ਲੈ ਸਕਦਾ ਹੈ ਲਛਮਣ ਸਿੰਘ ਧੀਰੋਵਾਲੀ ਦਾ, ਹਾਂਜੀ, ਕਰਤਾਰ ਸਿੰਘ ਝੱਬਰ ਹੋਰਾਂ ਦਾ। ਉਹਨਾਂ ਨੇ ਅਰਦਾਸ ਕੀਤੀ ਸੀ ਕਿ ਅਸੀਂ ਅੰਦੋਲਨ ਕਰਨਾ ਹੈ, ਪਰ ਅਸੀਂ ਸ਼ਾਂਤਮਈ ਰਹਿ ਕੇ ਕਰਨਾ ਹੈ ਜੀ। ਜ਼ਬਰ ਦਾ ਟਾਕਰਾ ਸਬਰ ਨਾਲ ਕਰਨਾ ਹੈ ਜੀ। ਅਤੇ ਉਹਨਾਂ ਨੇ ਸੱਚ ਜਾਣਿਓ ਉਹ ਅਰਦਾਸ ਕਰਕੇ ਤੁਰ ਪਏ। ਉਹਨਾਂ 'ਤੇ ਪੁਲਿਸ ਦੀਆਂ ਡਾਂਗਾਂ ਵੱਜੀਆਂ। 221 ਬੰਦੇ ਨਨਕਾਣਾ ਸਾਹਿਬ ਦੇ ਸਾਕੇ 'ਚ, ਸ਼ਾਇਦ ਇਸ ਤੋਂ ਵੀ ਜ਼ਿਆਦਾ, ਮੈਂ ਫਿਗਰ ਗਲਤ ਨਾ ਹੋਵਾਂ, ਹਾਂਜੀ, ਮਾਰੇ ਗਏ ਸੀ। ਔਰ ਜੋ ਮੋਰਚੇ ਦਾ ਲੀਡਰ ਸੀ ਨਾ, ਮੈਂ ਤੁਹਾਨੂੰ ਸਬਰ ਦੀ ਗੱਲ ਦੱਸਦਾ ਕਿ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ। ਵਾਹ। ਉਹਨੂੰ ਜਿਉਂਦਿਆਂ ਬੰਨ੍ਹ ਕੇ ਜੰਡ ਦੇ ਨਾਲ ਸਾੜਤਾ, ਬਟ ਉਹਨੇ ਆਪਣਾ ਸਬਰ ਨਹੀਂ ਛੱਡਿਆ। ਸਬਰ ਨਹੀਂ ਛੱਡਿਆ। ਬਿਲਕੁਲ ਇਸ ਤਰ੍ਹਾਂ ਜੈਤੋ ਦੇ ਮੋਰਚੇ 'ਚ ਕੋਈ ਬਰਗਾੜੀ ਦੇ ਕੋਲ ਕਿਹਾ ਜਾਂਦਾ ਵੀ ਜਥਾ ਆ ਰਿਹਾ ਸੀਗਾ। ਹਾਂਜੀ। ਉਹ ਪੁਲਿਸ ਵਾਲੇ ਉਹਨਾਂ ਨੂੰ ਕੁੱਟਦੇ, ਉਹ ਬੇਹੋਸ਼ ਹੋ ਕੇ ਡਿੱਗ ਪੈਂਦੇ। ਜਦੋਂ ਹੋਸ਼ ਆਉਂਦੀ ਫਿਰ ਰੱਬ ਦਾ ਨਾਮ ਲੈਂਦੇ ਸੀ, ਪਰ ਉਹਨਾਂ ਨੇ ਇੱਕ ਵੀ ਮੰਦਾ ਬਚਨ ਜਾਂ ਧਮਕੀ ਜਾਂ ਭੰਨ ਤੋੜ ਦੀ ਕਾਰਵਾਈ ਨਹੀਂ ਕੀਤੀ। ਔਰ
ਇਸ ਅਨੁਸ਼ਾਸਨ ਤੋਂ, ਇਸ ਸਬਰ ਤੋਂ, ਇੰਨੀ ਸ਼ਾਂਤੀ ਤੋਂ ਪ੍ਰਭਾਵਿਤ ਹੋ ਕੇ ਉਸ ਸਮੇਂ, ਇਹ ਗੱਲ 1924 ਦੇ ਕੋਲ ਹੋਣੀ ਹੈ ਜੀ, ਜਵਾਹਰ ਲਾਲ ਨਹਿਰੂ ਉਦੋਂ ਨੌਜਵਾਨ ਸੀ, ਇੰਨਾ ਅਸਰ ਪਿਆ ਕਿ ਉੱਥੋਂ ਦਿੱਲੀ ਤੋਂ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਲੈ ਕੇ ਤੇ ਜੈਤੋ ਦੇ ਮੋਰਚੇ 'ਚ ਗ੍ਰਿਫਤਾਰੀ ਦਿੱਤੀ। ਵਾਹ। ਔਰ ਜਦੋਂ ਇਹ ਮੋਰਚਾ ਜਿੱਤਿਆ ਤਾਂ ਮਹਾਤਮਾ ਗਾਂਧੀ ਹੋਰਾਂ ਨੇ ਉਸ ਨਿਊਜ਼ ਦੀ ਕਟਿੰਗ ਤੁਹਾਨੂੰ ਮਿਲ ਜਾਣੀ ਹੈ ਪੁਰਾਣੇ ਨਿਊਜ਼ਪੇਪਰ ਤੋਂ, ਹਾਂਜੀ, ਇਹ ਕਿਹਾ ਸੀ ਕਿ ਅਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਸੋ ਇੰਨਾ ਵੱਡਾ ਅਨੁਸ਼ਾਸਨ, ਗੋਰਿਆਂ ਦੀ ਸਰਕਾਰ ਵੀ ਉਹਨਾਂ ਦੇ ਸਾਹਮਣੇ ਹਾਰ ਗਈ ਸੀ, ਪਰ ਆਪਣੇ ਬੰਦਿਆਂ ਨੇ ਜਬ ਸਬਰ ਨਹੀਂ ਆਪਣਾ ਛੱਡਿਆ। ਮੇਰੀਆਂ ਇਹ ਜਿਹੜੀਆਂ ਬੇਨਤੀਆਂ ਨੇ, ਉਹਦਾ ਅਸੀਂ ਸਿਰਫ ਇਹ ਬੇਨਤੀ ਕਰ ਸਕਦੇ ਹਾਂ ਕਿਸਾਨ ਭਰਾਵਾਂ ਨੂੰ ਕਿ ਸਾਡੇ ਕੋਲ ਇਤਿਹਾਸ ਹੈ, ਔਰ ਇੱਕ ਜਿਹੜੀ ਧਾਰਾ ਹੈ ਉਹ ਇਹ ਵੀ ਮੰਨਦੀ ਹੈ ਕਿ ਮਹਾਤਮਾ ਗਾਂਧੀ ਹੋਰਾਂ ਨੇ ਜਿਹੜਾ ਨਾਨ ਵਾਇਲੈਂਸ ਜਿਹੜਾ ਸੀ ਨਾ ਅੰਦੋਲਨ, ਸ਼ਾਂਤਮਈ ਅਹਿੰਸਾ ਦਾ ਅੰਦੋਲਨ ਸੀ ਜਿਹੜਾ, ਉਹ ਪੰਜਾਬੀਆਂ ਤੋਂ ਸਿੱਖਿਆ ਸੀ ਔਰ ਇਹ 3 ਮੋਰਚਿਆਂ ਤੋਂ ਸਿੱਖਿਆ ਸੀ। ਸੋ ਮੈਂ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਉਹ 3 ਮੋਰਚਿਆਂ ਵਿੱਚ ਸਾਡੇ ਲੋਕ ਗਏ, ਬਿਲਕੁਲ ਉਸ ਮਾਡਲ ਦੇ ਉੱਤੇ ਜੇ ਤੁਸੀਂ ਅਨੁਸ਼ਾਸਨ ਵਿਖਾਓਗੇ ਤਾਂ ਸਾਡੀ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ। ਜਿਸ ਨੇ ਸਵਾਲ ਹੋਰ ਬਹੁਤ ਨੇ ਖੇਤੀ ਬਾਰੇ ਕਰਨ ਲਈ ਮੇਰੇ ਮਨ ਦੇ ਵਿੱਚ, ਪਰ ਮੈਂ ਨਾਲ ਇੱਕ ਸਰੋਤਿਆਂ ਨੂੰ ਬੇਨਤੀ ਕਰਾਂਗਾ, ਜੇ ਕਿਸੇ ਨੇ ਕਾਲ ਕਰਕੇ ਕੋਈ ਗੱਲਬਾਤ ਕਰਨੀ ਹੋਵੇ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਹੋਣ, ਨੰਬਰਾਂ ਸਟੂਡੀਓ ਦੇ 9054584444 905 458 44 44। ਆਪਾਂ ਖੇਤੀਬਾੜੀ ਦੀ ਗੱਲਬਾਤ ਕਰਾਂਗੇ, ਕਿਵੇਂ ਬਚਾਇਆ ਜਾਵੇ, ਪਰ ਕਈ ਵਾਰੀ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਬਈ ਅਸੀਂ ਕਿਸਾਨ ਅੰਦੋਲਨ ਪੂਰਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ, ਪਰ ਉੱਥੇ ਕੁਛ ਭੜਕਾਊ ਬਿਆਨ ਦੇਣੇ, ਕੁਛ ਕਲਾਕਾਰਾਂ ਵੱਲੋਂ ਭੜਕਾਊ ਗੀਤ ਗਾਉਣੇ, ਉੱਥੇ ਭੰਗੜੇ ਪਾਉਣੇ, ਜਾਗੋ ਕੱਢਣੀ, ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਮੈਂ ਮੋਰਚਿਆਂ ਦੇ ਇਤਿਹਾਸ ਬਾਰੇ ਤਾਂ ਪਹਿਲਾਂ ਹੀ ਜ਼ਿਕਰ ਕਰਤਾ ਸੀ, ਬਟ ਮੈਨੂੰ ਇੱਕ ਹੋਰ ਗੱਲ ਕਰਨੀ ਪੈਣੀ ਹੈ। ਹਾਂਜੀ, ਕਿ ਜਦੋਂ ਮਤਾ ਆਨੰਦਪੁਰ ਤੋਂ ਬਾਅਦ ਇੱਕ ਪੂਰੀ ਦਾ ਮੋਰਚਾ ਲੱਗਿਆ ਜੀ, ਤਾਂ ਅੰਦੋਲਨ ਸ਼ਾਂਤਮਈ ਰਿਹਾ। ਹਾਂਜੀ, ਔਰ ਇਹ ਗੱਲ ਦਾ ਇਤਿਹਾਸ ਗਵਾਹ ਹੈ ਕਿ ਸਾਡੇ ਦੇਸ਼ ਦੇ ਵਿੱਚ ਕਾਫੀ ਸਾਰੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਸ ਸਮੇਂ ਕਾਂਗਰਸ ਦੀਆਂ ਨਹੀਂ ਸੀਗੀਆਂ ਜੀ, ਜਿਨ੍ਹਾਂ 'ਚ ਮੈਂ ਇਹ ਜ਼ਿਕਰ ਕਰ ਸਕਦਾ ਕਿ ਸਾਊਥ ਇੰਡੀਆ ਦੀਆਂ ਕੁਝ ਸਰਕਾਰਾਂ, ਫਰੂਕ ਅਬਦੁੱਲਾ ਜੀ, ਔਰ ਇਹ ਸਾਰੇ ਲੋਕ ਪੰਜਾਬ ਦੇ ਅੰਦੋਲਨ ਦੇ ਪੱਖ ਵਿੱਚ ਭੁਗਤ ਰਹੇ ਸੀ। ਹਾਂਜੀ, ਜਿਸ ਤਰ੍ਹਾਂ ਅੱਜ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਬਾਹਰੋਂ ਅਸੀਂ ਬੈਠੇ ਹਾਂ, ਅਸੀਂ ਸੁਹਿਰਦ ਹਾਂ, ਔਰ ਅਸੀਂ ਇਹ ਆਸ ਕਰਦੇ ਹਾਂ ਕਿ ਇਹ ਅੰਦੋਲਨ ਸ਼ਾਂਤਮਈ ਚੱਲੇ। ਬਿਲਕੁਲ ਇਸ ਤਰ੍ਹਾਂ ਦਾ ਮੰਜ਼ਰ ਬਣ ਗਿਆ ਸੀ। ਸਰਕਾਰ ਇਸ ਅੰਦੋਲਨ ਤੋਂ ਬਹੁਤ ਹੱਦ ਤੱਕ ਜਿਹੜੀ ਸੀਗੀ ਉਹ ਘਬਰਾ ਚੁੱਕੀ ਸੀ, ਪਰ ਹੋਇਆ ਕੀ, ਤੱਤੀਆਂ ਸਟੇਟਮੈਂਟ ਦੇਣ ਵਾਲਿਆਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਭੜਕਾਊ ਬਿਆਨ ਦੇਣ ਵਾਲਿਆਂ ਦੇ ਕੁਝ ਬੰਦਿਆਂ 'ਚੋਂ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹਨਾਂ ਵਿੱਚੋਂ ਕੁਝ ਬੰਦਿਆਂ ਨੇ ਜਾ ਕੇ 1983 ਦੇ ਵਿੱਚ ਇੱਕ ਬੱਸ ਕਾਂਡ ਕਰਤਾ, ਜਿਹਦੇ ਵਿੱਚ 11 ਲੋਕ ਮਾਰੇ ਗਏ ਸੀ। ਹਾਂਜੀ, ਹੋਇਆ ਇਹ ਕਿ ਸਾਰਾ ਹਿੰਦੁਸਤਾਨ ਸਾਡੇ ਪੰਜਾਬ ਵਾਲਿਆਂ ਦੇ ਉਲਟ ਹੋ ਗਿਆ, ਔਰ ਉਸ ਦਾ ਖਮਿਆਜ਼ਾ ਇੱਕ ਫਿਰਕੇ ਦੇ ਲੋਕ ਮਾਰੇ ਮਾਰੇ ਗਏ ਸੀ। ਔਰ ਉਸ ਕਾਂਡ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਦੇ 2 ਪੋਤਰੇ ਸੀ ਜੀ, ਇੱਕ ਦੇ ਪੱਗ ਬੰਨੀ ਹੋਈ ਸੀ ਤੇ ਦੂਸਰਾ ਕਟਿੰਗ ਵਾਲਾ ਸੀ। ਮਾਰਨ ਵਾਲੇ ਜਿਹੜੇ ਇਨੋਸੈਂਟ ਕਿਲਰ ਸੀ ਨਾ, ਉਹਨੂੰ ਮਾਰ ਲੱਗੇ, ਉਹ ਕਹਿੰਦਾ ਜੀ ਇਹ ਤਾਂ ਮੇਰਾ ਬ੍ਰਦਰ ਆ, ਉਹ ਕਹਿੰਦੇ ਜੀ ਅਸੀਂ ਤਾਂ ਬੰਦੇ ਪੂਰੇ ਕਰਨੇ ਆ, ਤੇ ਉਹਦੀ ਇਨੋਸੈਂਟ ਬੱਚੇ ਦੀ 18 ਸਾਲ ਦੇ ਦੀ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਉਹਨੂੰ ਵੀ ਗੋਲੀਆਂ ਮਾਰ ਦਿੱਤੀਆਂ। ਸੋ ਇਸ ਤਰ੍ਹਾਂ ਜਿਹੜੇ ਨਾ ਜਿਹੜਾ ਸੀ, ਜਦੋਂ ਜਜ਼ਬਾਤੀ ਹੋ ਕੇ ਅੰਦੋਲਨ ਕਿੰਨੀ ਦੂਰ ਤੱਕ ਗਿਆ, ਔਰ ਅਸੀਂ ਉਹਨਾਂ ਘਟਨਾਵਾਂ ਤੋਂ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਜੀ, ਕਿ ਜਿਹੜੇ ਪੁਰਾਣੇ ਲੋਕ ਬੈਠੇ ਆ, ਹਾਂਜੀ, ਉਹ ਦੱਸਦੇ ਆ ਕਿ ਹਿੰਦੁਸਤਾਨ ਦੇ ਬਾਕੀ ਹਿੱਸਿਆਂ 'ਚ ਜਦੋਂ ਇੱਕ ਪੱਗ ਵਾਲਾ ਸਰਦਾਰ ਕਿਤੇ ਬੱਸ 'ਤੇ ਚੜ੍ਹ ਜਾਂਦਾ ਸੀ ਨਾ ਜੀ, ਤੇ ਬੱਸ ਦੇ ਜਿਹੜੇ ਮੁਸਾਫਰ ਸੀ ਉਹ ਬੀੜੀ ਪੀਣੀ ਬੰਦ ਕਰ ਦਿੰਦੇ ਸੀ। ਔਰ ਜੇ ਕੋਈ ਆਪਣੀ ਬੇਟੀ ਨੂੰ, ਆਪਣੀ ਔਰਤ ਨੂੰ ਬੱਸ ਦੇ ਵਿੱਚ ਛੱਡਣ ਆਉਂਦਾ ਸੀ ਤਾਂ ਉਹ ਇਹ ਕਹਿੰਦਾ ਸੀ ਕਿ 2 ਸਰਦਾਰ ਬੈਠੇ ਹੈ, ਹੁਣ ਕੋਈ ਫਿਕਰ ਨਹੀਂ, ਅਭੀ ਤੋਂ ਕੋਈ ਫਿਕਰ ਕਰਨੇ की ਜ਼ਰੂਰਤ ਨਹੀਂ ਹੈ ਜੀ। ਬਹੁਤ ਤਾਂ ਉਹ ਆਪਣੀ ਸਵਾਰੀ ਲਈ ਆਪਣੇ ਜਾਨ ਮਾਲ ਨੂੰ ਸੇਫ ਸਮਝਦਾ ਸੀ। ਗੁਜਰਾਤ ਦੇ ਵਿੱਚ ਸਿਕਿਉਰਿਟੀਜ਼ ਦੀਆਂ ਕੁਝ ਕੰਪਨੀਆਂ ਬਣੀਆਂ ਸੀ ਜੀ, ਔਰ ਸਾਰੀਆਂ ਕੰਪਨੀਆਂ ਤੋਂ ਵੱਧ ਜਿਹੜਾ ਕੰਮ ਸੀਗਾ ਉਹ ਸਰਦਾਰਾਂ ਨੂੰ ਮਿਲਦਾ ਸੀ। ਬਟ ਇੱਕ ਸਮਾਂ ਇਹੋ ਜਿਹਾ ਆਇਆ
कि फिर वो लोग कहना शुरू करता लालड़ू बस कांड तो बाद कि यहाँ कुछ सरदार बैठे हैं, अभी तो बस में कुछ अच्छा नहीं होगा। ਅੱਛਾ ਨਹੀਂ ਹੋ ਸੋ ਸਾਨੂੰ ਬੀਤੇ ਦੀਆਂ ਘਟਨਾਵਾਂ ਤੋਂ ਇਹ ਯਾਦ ਰੱਖਣ ਦੀ ਲੋੜ ਆ, ਸਾਨੂੰ ਸਿੱਖਣਾ ਚਾਹੀਦਾ ਸਿੱਖਣਾ ਹੈ, ਚਾਹੀਦਾ ਬਹੁਤ। ਸਾਨੂੰ ਲੇਖਾ ਜੋਖਾ ਕਰਨਾ ਚਾਹੀਦਾ ਹੈ। ਜਿਹੜੇ ਲੋਕ ਲੇਖਾ ਜੋਖਾ ਨਹੀਂ ਕਰਦੇ ਉਹ ਕਿਤੇ ਨਾ ਕਿਤੇ ਪੁਰਾਣੇ ਸਾਡਾ ਜਿਹੜਾ ਪਾਸਟ ਹੈ ਨਾ, ਜੀ ਇਹਨੂੰ ਰਸੂਲ ਹਮਜ਼ਾ ਤੋਂ ਕਹਿੰਦਾ ਕਿ ਜੇ ਤੁਸੀਂ ਆਪਣੇ ਪਾਸਟ ਨੂੰ ਭੁੱਲ ਜਾਓਗੇ, ਜੀ ਆਪਣੇ ਭੂਤਕਾਲ ਨੂੰ ਭੁੱਲ ਜਾਓਗੇ, ਹਾਂਜੀ ਤਾਂ ਤੁਹਾਨੂੰ ਭਵਿੱਖ ਮਾਫ ਨਹੀਂ ਕਰੇਗਾ। ਇੱਕ ਕਾਲ ਲੈ ਲਈਏ। ਹਾਂਜੀ ਜੀ ਹਾਂਜੀ ਤੁਸੀਂ ਏਅਰ ਤੇ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਗੁਰਮੁਖ ਪਿਆਰੇ ਜੋ ਇਹ ਦੱਸ ਰਹੇ ਨਾ ਇਤਿਹਾਸ ਬਹੁਤ ਸੋਹਣਾ ਦੱਸ ਰਹੇ ਆ। ਉਹ ਖੇਤੀ ਬਾਰੇ ਵੀ ਦੱਸਦੇ, ਹਾਲਾਂਕਿ ਮੈਂ ਤਾਂ ਖੇਤੀ ਨਹੀਂ ਕੀਤੀ, ਮੈਂ ਕਿਸਾਨ ਦਾ ਪੁੱਤਰ ਕਰਕੇ ਦੱਸਦੇ ਪੜਦਾਦਿਆਂ ਨੇ ਕੀਤੀ, ਬੜੀ ਗੌਰ ਨਾਲ ਸੁਣਦਾ ਮੈਂ। ਜੀ ਜੀ ਬਾਰੇ ਦੱਸਿਆ ਨਾ, ਹਾਂਜੀ ਉਸਨੇ ਅਰਦਾਸ ਕਰ ਲਈ ਸੀ ਕਿ ਮੈਂ ਮਹੰਤਾਂ ਨੂੰ ਕੱਢ ਕੇ ਰਹੂੰਗਾ। ਅੱਛਾ, ਜਦੋਂ ਪਤਾ ਲੱਗਿਆ ਵੀ ਮਹੰਤ ਤਾਂ ਉੱਥੇ ਬੰਦੂਕਾਂ ਤੇ ਗੰਨਾ ਬੀੜੀ ਬੈਠੇ, ਉਹਨੂੰ ਰੋਕਿਆ ਵੀ ਤੂੰ ਨਾ ਜਾ। ਕਹਿੰਦਾ ਨਾ, ਮੈਂ ਅਰਦਾਸ ਕੀਤੀ ਆ, ਮੈਂ ਨਹੀਂ ਪਿੱਛੇ ਹਟਣਾ। 19ਵੀਂ ਸਦੀ ਵਿੱਚ ਸੰਤ ਜਰਨੈਲ ਸਿੰਘ ਨੇ ਵੀ ਅਰਦਾਸ ਕੀਤੀ ਸੀ ਵੀ ਜਿਹੜੀ ਅਰਦਾਸ ਕਰਕੇ ਮੈਂ ਅੰਦਰੋਂ ਲੜ ਰਿਹਾ ਨਾ, ਮੈਂ ਉਹਦੇ ਤੇ ਪੂਰਾ ਉਤਰੂੰਗਾ। ਔਰ ਕਾਲੇ ਲੀਡਰ ਤਾਂ ਭੱਜ ਗਏ, ਉਹ ਨਹੀਂ ਭੱਜਿਆ। ਦੋਸਤੋ, ਮੈਂ ਉੱਥੇ ਸੀ, ਜੇ ਉਹਨੇ ਵੀ ਭੱਜਣਾ ਹੁੰਦਾ ਤਾਂ ਉਹ ਵੀ ਭੱਜ ਸਕਦਾ ਸੀ। ਔਰ ਇਹ ਵੀ ਤੁਹਾਨੂੰ ਦੱਸਦਾ, ਜੇ ਉਹਨੂੰ ਲਾਲਚ ਹੁੰਦਾ ਨਾ, ਉਸ ਵੇਲੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਵੀ ਕਰ ਸਕਦਾ ਸੀ, ਲੇਕਿਨ ਨਹੀਂ। ਉਹ 19ਵੀਂ ਸਦੀ ਦਾ ਮਹਾਨ ਯੋਧਾ, ਓਕੇ ਜੀ। ਇਤਿਹਾਸਿਕ ਇੱਕ ਸ਼ਖਸ ਚਤਰੇ ਪਿੰਡ ਦਾ ਪੁਲਿਸ ਵਾਲਿਆਂ ਨੇ ਮਰਿਆ ਹੋਇਆ ਦਿਖਾਤਾ। 2 ਸਾਲ ਬਾਅਦ ਉਹ ਜਿੰਦਾ ਆ ਗਿਆ ਪਿੰਡ ਦੇ ਵਿੱਚ। ਜਦੋਂ ਪਿੰਡ ਜਾਇਆ ਉਹਨਾਂ ਨੇ ਖੰਡ ਪਾਠ ਰੱਖਤਾ। ਜੀ ਜੀ ਅੱਛਾ, ਉਹ ਵਿਚਾਰੇ ਸਿੱਧੇ ਸਾਦੇ ਸੀ, ਜੇ ਤਾਂ ਜਾ ਕੇ ਉਹ ਜੱਜ ਦੇ ਸਾਹਮਣੇ ਪੇਸ਼ ਕਰਦੇ ਕੈਪਟਨ ਸਾਹਿਬ ਗੱਲ ਸੁਣੋ ਤੁਸੀਂ ਜਨਾ, ਜਿਹੜੇ ਮੁੱਦੇ ਤੇ ਕੋਈ ਸਵਾਲ ਹਾਂ ਹਾਂਜੀ ਹਾਂਜੀ ਸੱਚਾ ਸੁੱਚਾ ਬੰਦਾ ਉਸ ਵੇਲੇ ਨੌਕਰੀ ਨਹੀਂ ਸੀ ਕਰਦਾ ਜੀ। ਜਿਹੜਾ ਹੁਣ ਆ ਚੱਲ ਰਿਹਾ ਨਾ ਕਿਸਾਨਾਂ ਦਾ ਅੰਦੋਲਨ, ਜੀ ਇਹ ਸਾਰੇ ਧੋਣੇ ਧੋ ਦੇਣੇ ਆ। ਹੁਣ ਸਾਨੂੰ ਲੋਕ ਬਾਹਰਲੇ ਸੂਬਿਆਂ 'ਚ ਚੰਗੀ ਨਿਗਾਹ ਨਾਲ ਵੇਖਿਆ ਕਰਨਗੇ, ਮੇਰੀ ਗੱਲ ਯਾਦ ਰੱਖਿਓ। ਓਕੇ ਜੀ ਓਕੇ, ਥੈਂਕ ਯੂ ਜੀ, ਥੈਂਕ ਯੂ। ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀ ਕਿ ਜਿਹੜਾ ਇਸ ਟਾਈਮ ਆਪਾਂ ਕਿਸ ਮੋੜ ਤੇ ਆ ਕੇ ਖੜੇ ਆ। ਇਸ ਮੋੜ ਤੇ ਆਪਾਂ ਖੜੇ ਹਾਂ ਕਿ ਸਾਨੂੰ ਇਹਦਾ ਹੱਲ ਲੱਭਣਾ ਪੈਣਾ ਹੈ ਜੀ ਕਿ ਸਾਡੀ ਖੇਤੀ ਸਸਟੇਨ ਕਰ ਜੂਗੀ ਕਿ ਬਾਹਰਲੀਆਂ ਕੰਪਨੀਆਂ ਜਿਹੜੀਆਂ ਹੈਗੀਆਂ, ਅਸੀਂ ਸਾਡੀ ਜ਼ਮੀਨ ਉਹਨਾਂ ਕੋਲੇ ਚਲੀ ਜਾਊਗੀ, ਜਾਂ ਫਿਰ ਅਸੀਂ ਕੋਈ ਉਪਰਾਲਾ ਕਰੀਏ ਕਿ ਸਾਡੇ ਕਿਸਾਨ ਜਿਹੜੇ ਜ਼ਮੀਨਾਂ ਨਾ ਵੇਚਣ। ਮੈਨੂੰ ਇੱਕ ਕਾਲ ਆਈ ਕਿ ਅੱਜ ਤੁਸੀਂ 25 ਲੱਖ ਰੇਟ ਕਰ ਦਿਓ ਜ਼ਮੀਨ ਦਾ ਅਤੇ ਅੱਧਾ ਪੰਜਾਬ ਖਾਲੀ ਹੋ ਜਾਊਗਾ। ਬੜੀ ਚਿੰਤਾ ਵਾਲਾ ਵਿਸ਼ਾ ਹੈ। ਸੋ ਅਸੀਂ ਇਸ ਤਰ੍ਹਾਂ ਦੀ ਗੱਲ ਜਿਹੜੀ ਸੀ ਕਿ ਕਿਸਾਨੀ ਸਸਟੇਨ ਕਿਵੇਂ ਕਰੇ, ਛੋਟਾ ਕਿਸਾਨ ਬਚੇ ਕਿਵੇਂ, ਸਾਡਾ ਸਮਾਜ ਬਚੇ ਕਿਵੇਂ, ਸਾਡਾ ਸੱਭਿਆਚਾਰ ਤਾਂ ਬਚੂਗਾ ਜੇ ਸਾਡੇ ਲੋਕਾਂ ਕੋਲ ਜ਼ਮੀਨ ਬਚੀ ਤਾਂ। ਉਹਦੇ ਲਈ ਫਿਰ ਕੁਝ ਵਿਦਵਾਨਾਂ ਨੇ ਕੁਝ ਆਲਰੇਡੀ ਕੰਮ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀ ਸਮੱਸਿਆ ਹੁੰਦੀ ਹੈ ਨਾ, ਜੀ ਉਹਦਾ ਲੇਖਾ ਜੋਖਾ ਕੀਤਾ ਜਾਂਦਾ ਵੀ ਇਹ ਸਮੱਸਿਆ ਬਣੀ ਕਿਵੇਂ ਜੀ। ਉਹ ਜਿਹੜੀ ਸੀ ਨਾ ਰੀਥਿੰਕਿੰਗ ਵਾਲੀ ਗੱਲ, ਪਹਿਲਾਂ ਤਾਂ ਸੋਸ਼ਲ ਰੀਥਿੰਕਿੰਗ ਜੀ ਕੀਤੀ ਜਾਵੇ, ਫਿਰ ਪੋਲੀਟੀਕਲ ਰੀਥਿੰਕਿੰਗ ਆਉਂਦੀ ਹੈ, ਔਰ ਸਭ ਤੋਂ ਵੱਡੀ ਗੱਲ ਸੀ ਕਿ ਅਕੈਡਮਿਕ ਜਿਹੜੀ ਰੀਥਿੰਕਿੰਗ ਹੈ ਨਾ, ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੀ ਜਿਹੜੀ ਜੀ, ਉਹ ਜਦੋਂ ਤੋਂ ਖੇਤੀ ਸੰਕਟ 'ਚ ਚੱਲਿਆ ਹੈ ਉਦੋਂ ਤੋਂ ਉਹਨਾਂ ਨੂੰ ਤਾਂ ਪਦਮ ਸ਼੍ਰੀ ਵਰਗੇ ਅਵਾਰਡ ਮਿਲਦੇ ਰਹੇ ਜੀ। ਮਤਲਬ ਉਹ ਕਹਿੰਦੇ ਆ ਨਾ, ਮਰ ਗਿਆ ਮਰੀਜ਼ ਹਮ ਨਬਜ਼ ਦੇਖਦੇ ਰਹੇ। ਉਹ ਲੋਕ ਕਿੱਥੇ ਸੀ ਉਦੋਂ, ਜਦੋਂ 90 ਤੋਂ ਵੇਲੇ ਕਪਾਹ ਦੇ ਖੇਤ ਉਜੜੇ। ਕਪਾਹ ਜਿਸ ਤਰ੍ਹਾਂ ਇਹ ਸੀ ਕਿ ਇੱਕ ਸਪਰੇਅ ਕਰਦੇ, ਫਿਰ 2 ਕਰਦੇ, ਫਿਰ ਅਸੀਂ 15-20 ਸਪਰੇਆਂ ਕੀਤੀਆਂ ਔਰ ਨਰਮੇ ਦੀ ਫਸਲ ਉਜੜ ਗਈ ਸਰ। ਅੱਜ ਅਸੀਂ ਕਣਕ ਦੇ ਉੱਪਰ 20 ਕਿਲੋ ਤੋਂ ਰੇਹ ਸਟਾਰਟ ਕੀਤੀ ਸੀ, 20 ਕਿਲੋ, ਫਿਰ 1 ਗੱਟਾ, ਫਿਰ 2 ਗੱਟੇ, ਅੱਜ 5 ਗੱਟਿਆਂ 'ਤੇ ਪਹੁੰਚ ਗਏ। ਅਸੀਂ 10 ਗੱਟਿਆਂ 'ਤੇ ਪਹੁੰਚ ਜਾਵਾਂਗੇ ਤਾਂ ਇੱਕ ਦਿਨ ਇਹ ਮਾਰੂਥਲ ਬਣਨੀ ਹੈ। ਪੰਜਾਬ ਦੀ ਧਰਤੀ ਆਉਣ ਵਾਲੇ ਸਮੇਂ 'ਚ 20 ਸਾਲਾਂ 'ਚ ਮੈਨੂੰ ਉਜੜੀ ਹੋਈ ਮਾਰੂਥਲ ਬਣੀ ਹੋਈ ਧਰਤੀ ਲੱਗ ਰਹੀ ਹੈ। ਜੇ ਅਸੀਂ ਗੱਲ ਤੁਹਾਡੀ ਬਿਲਕੁਲ ਸਹੀ ਹੈ, ਕਿਉਂਕਿ ਜੇ 20 ਸਾਲ ਆਪਾਂ ਪਿੱਛੇ ਜਾਂਦੇ ਆ, ਜੀ ਉਦੋਂ ਕਿੱਥੇ ਸੀ ਤੇ ਅੱਜ ਕਿੱਥੇ ਆ। ਦੇਖੋ, ਜਦੋਂ ਉਹਨਾਂ ਨੇ ਜੈਨੇਟਿਕ GM ਸੀਡਸ ਲਿਆਂਦੇ ਜੀ, ਤਾਂ ਇਹ ਲੇਖਾ ਜੋਖਾ ਨਹੀਂ ਕੀਤਾ। ਉਹਨਾਂ ਦੀ ਵਿਦਵਤਾ ਕਿੱਥੇ ਸੀ, ਉਹਨਾਂ ਦੀ ਉਦੋਂ ਯੂਨੀਵਰਸਿਟੀ ਸਾਡੀ ਕੀ ਕਰ ਰਹੀ ਸੀ, ਯੂਨੀਵਰਸਿਟੀ ਦੇ ਵਿਦਵਾਨ ਕੀ ਕਰ ਰਹੇ ਸੀ ਉਦੋਂ, ਜਦੋਂ ਉਹਨਾਂ ਨੇ ਇਹ ਲੇਖਾ ਜੋਖਾ ਨਹੀਂ ਕੀਤਾ ਕਿ ਇਹਦੇ ਨਾਲ ਕਿੰਨੀਆਂ ਬਰਡਸ ਦੀਆਂ ਜਿਹੜੀਆਂ ਕਿ ਖੇਤੀ ਨੂੰ ਸਹਾਇਕ ਸਪੀਸੀਜ਼ ਨੇ,
ਕਿੰਨੀਆਂ ਜਾਨਵਰਾਂ ਦੀਆਂ, ਕਿੰਨੀਆਂ ਪੌਦਿਆਂ ਦੀਆਂ ਜਿਹੜੀਆਂ ਸਪੀਸੀਜ਼ ਆ ਉਹ ਸਦਾ ਵਾਸਤੇ ਇਸ ਧਰਤੀ ਨੂੰ ਅਲਵਿਦਾ ਕਹਿ ਜਾਣਗੀਆਂ। ਔਰ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਸੀ ਜੀ। ਅਸੀਂ ਸਾਰਾ ਮਾਡਲ, ਅਸੀਂ ਜਦੋਂ ਵੀ ਕੋਈ ਸਾਡੀ ਸਮੱਸਿਆ ਆਈ ਆ ਅਸੀਂ ਵੈਸਟ ਵੱਲ ਵੇਖਦੇ ਹਾਂ, ਅਸੀਂ ਅਮਰੀਕਾ ਵੱਲ ਵੇਖਦੇ ਹਾਂ ਜੀ। ਆ ਸਾਡਾ ਕੈਨੇਡਾ, ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਮਿਨੀਮਮ ਜਿਹੜੀ ਫਾਰਮਰ ਸੀਗਾ ਉਹਦੇ ਕੋਲੇ 700 ਏਕੜ ਜ਼ਮੀਨ ਸੀ, ਵਾਹ। ਔਰ ਅੱਜ ਉਹ ਜ਼ਮੀਨ ਵੱਧ ਕੇ 780 ਏਕੜ ਹੋ ਗਈ, ਕਿਉਂਕਿ ਫਾਰਮਰ ਜ਼ਮੀਨ ਛੱਡ ਰਹੇ ਹੈ। ਅੱਛਾ। ਇਹ ਜਿਹੜਾ ਮਾਡਲ ਹੈ ਨਾ, ਜਿਹੜਾ ਹੁਣ ਤੱਕ ਪ੍ਰਚਲਿਤ ਹੋਇਆ, ਉਹਦੀ ਇੱਕ ਧਾਰਨਾ ਸੀ ਕਿ ਬਿਗ ਗੈਟ ਮੋਰ ਬਿਗਰ ਐਂਡ ਸਮਾਲ ਵਿਲ ਗੋ ਆਊਟ। ਜੀ। ਛੋਟਾ ਬਾਹਰ ਹੋ ਜਾਊਗਾ, ਵੱਡਾ ਹੋਰ ਵੱਡਾ ਹੋ ਜਾਊਗਾ। ਔਰ ਜਦੋਂ ਅਸੀਂ ਇਹਦੇ ਹੱਲ ਵੱਲ ਸੋਚਦੇ ਹਾਂ, ਤੁਸੀਂ ਸਵਾਲ ਕੀਤਾ ਸੀ ਕਿ ਆਪਾਂ ਇਹਦਾ ਕੋਈ ਹੱਲ ਹੈ, ਤਾਂ ਮੈਂ ਕਹਿੰਦਾ ਇਹਦੇ ਰਲਵੇਂ ਮਿਲਵੇਂ ਕੁਝ ਹੱਲ ਨੇ ਜਿਹੜੇ ਅਸੀਂ ਅੱਜ ਵਿਚਾਰ ਚਰਚਾ 'ਚ ਲਿਆਵਾਂਗੇ, ਔਰ ਕੁਝ ਉਦਾਹਰਨਾਂ ਉਹਨਾਂ ਦੀਆਂ ਦੇਵਾਂਗੇ ਜਿੱਥੇ ਇਹ ਹੱਲ ਸਫਲ ਸਾਬਤ ਹੋਏ ਹੈ ਔਰ ਖੇਤੀ ਸਸਟੇਨ ਕਰ ਰਹੀ ਹੈ, ਕਿਸਾਨ ਬਚ ਰਿਹਾ, ਵੱਡੀਆਂ ਕੰਪਨੀਆਂ ਦੇ ਕੋਲ ਜ਼ਮੀਨ ਨਹੀਂ ਜਾ ਰਹੀ, ਜਿਹਦਾ ਖਦਸ਼ਾ ਸਾਡੇ ਕਿਸਾਨ ਵੀਰ ਅੰਦੋਲਨਕਾਰੀ ਕਰ ਰਹੇ ਨੇ। ਸੋ ਸਭ ਤੋਂ ਪਹਿਲੀ ਗੱਲ ਉਹਦੀ ਸੀ ਕਿ ਅਸੀਂ ਰੀਥਿੰਕਿੰਗ ਕਰੀਏ ਸਾਰੇ, ਕਿ ਅਸੀਂ ਕਿੱਥੇ ਕਮੀ ਕਿੱਥੇ ਰਹਿ ਗਈ, ਘਾਟ ਕਿੱਥੇ ਰਹਿ ਗਈ, ਅਤੇ ਫਿਰ ਇਹਦਾ ਹੱਲ ਹੈ ਕਿ ਡਿਵਰਸੀਫਿਕੇਸ਼ਨ, ਜਿਵੇਂ ਇੱਕ ਵਰਡ ਹੈ ਜੀ, ਡਿਵਰਸੀਫਿਕੇਸ਼ਨ ਹੋਵੇ ਫਸਲਾਂ ਦੀ। ਤੇਲ ਬੀਜ ਹੁੰਦੇ ਸੀ ਪੰਜਾਬ 'ਚ, ਅਰਹਰ ਹੁੰਦੀ ਸੀ ਪੰਜਾਬ 'ਚ, ਤੋਰੀਆ ਹੁੰਦਾ ਸੀ, ਔਰ ਦਾਲਾਂ ਸਾਰੀਆਂ ਹੁੰਦੀਆਂ ਸੀ। ਔਰ ਉਹ ਸਾਰੀਆਂ ਫਸਲਾਂ ਛੱਡ ਕੇ ਅਸੀਂ ਕਪਾਹ ਲੱਖਾਂ ਸਾਲ ਤੋਂ ਇਸ ਧਰਤੀ ਦੇ ਉੱਪਰ ਹੁੰਦੀ ਸੀ। ਤੁਹਾਨੂੰ ਯਾਦ ਹੋਣਾ ਕਿ ਲੋਕ ਘਰਾਂ 'ਚ ਹੀ ਜਿਹੜੇ ਖੇਸੀਆਂ ਕਪਾਹ ਦੀਆਂ ਖਾਕੀ ਰੋਹ ਹੁੰਦੀ ਸੀ, ਉਹਦਾ ਰੰਗ ਹੀ ਖਾਕੀ ਹੁੰਦਾ ਸੀ। ਦਰੀਆਂ ਵਗੈਰਾ ਤਾਂ ਆਮ ਹਰ ਪਿੰਡ 'ਚ ਹਰ ਘਰ 'ਚ ਬਣਦੀਆਂ ਸੀ। ਔਰ ਜਿਹੜੀਆਂ ਛੋਟੀਆਂ ਸਕਿੱਲਸ ਸੀਗੀਆਂ ਨਾ ਸਾਡੇ ਸਮਾਜ ਕੋਲੇ, ਬੀਬੀਆਂ ਨੂੰ ਰੋਟੀ ਪਾਣੀ ਪਕਾਉਣਾ ਆਉਂਦਾ ਸੀ, ਪਸ਼ੂ ਧਨ ਦੀ ਸੰਭਾਲ ਕਰਨੀ ਆਉਂਦੀ ਸੀ, ਛੋਟੀ ਮੋਟੀ ਨਿਟਿੰਗ, ਵੀਵਿੰਗ ਜਿਹੜੀ ਇਹ ਵੀ ਆਉਂਦੀ ਸੀ। ਉਹ ਸਾਰੀਆਂ ਸਕਿੱਲਸ ਕਾਰਪੋਰੇਟ ਵਰਲਡ ਨੇ ਤੁਹਾਡੇ ਤੋਂ ਖਾਣਾ ਪਕਾਉਣ ਦਾ ਸਕਿੱਲ ਵੀ ਖੋਹ ਲੈਣੀ ਹੈ ਜੀ। ਤੁਸੀਂ ਸਿਰਫ ਇੱਕ ਜੌਬ ਜੋਗੇ ਹੋ ਜਾਓਗੇ, ਕਿਉਂਕਿ ਅਮਰੀਕਨ ਮਾਡਲ ਹੈ ਨਾ ਜਿਹੜਾ, ਉਹ ਕਹਿੰਦਾ ਕਿ ਬੰਦਾ ਇਕੱਲਾ ਇਕੱਲਾ ਹੋ ਜੇ ਤਾਂ ਫਿਰ ਜਿਹੜੀ ਫੂਡ ਦੀ ਇੰਡਸਟਰੀ ਚੱਲੂਗੀ, ਫਿਰ ਵੱਧ ਕਾਰਾਂ ਵਿਕਣਗੀਆਂ, ਫਿਰ ਵੱਧ ਘਰਾਂ ਦੀ ਲੋੜ ਪਏਗੀ। ਸੋ ਇਸ ਤਰ੍ਹਾਂ ਫਿਰ ਜਿਹੜੇ ਸਿੰਗਲ ਲੋਕ ਹੈ ਉਹਨਾਂ ਲਈ ਔਰਫਨੇਜ ਦੀ ਲੋੜ ਪਊਗੀ, ਹੈ ਨਾ, ਸ਼ੈਲਟਰ ਹੋਮਸ ਬਣਨਗੇ। ਸੋ ਇਹ ਜਿਹੜਾ ਮਾਡਲ ਸੀ ਨਾ ਵੈਸਟ ਦਾ, ਉਹ ਸ਼ੁਰੂ ਕੌਣ ਕਰੇ ਨਾ? ਗੱਲ ਤਾਂ ਸੁਰਜੀਤ ਸਿੰਘ ਜੀ, ਗੱਲ ਤਾਂ ਕਿਤੇ ਨਾ ਕਿਤੇ ਤਾਂ ਸ਼ੁਰੂ ਹੋਣਾ ਚਾਹੀਦਾ ਨਾ। ਉਹ ਕਿੱਥੇ ਮੂੰਗਫਲੀ ਸੀ, ਹੋਰ ਕਿੰਨੀਆਂ ਫਸਲਾਂ ਸੀ, ਸਾਰਾ ਕੁਝ ਤਾਂ ਖਤਮ ਹੋ ਗਿਆ। ਬਹੁਤ ਵਧੀਆ ਤੁਹਾਡਾ ਸਵਾਲ ਹੈ। ਉਹਦੇ ਲਈ ਜਿਹੜੀ ਸਰਕਾਰ ਰਜਿਸਟਰ ਕਰੇ ਸਾਡੇ ਫਾਰਮਰਸ ਨੂੰ, ਉਹ ਰਜਿਸਟਰ ਇਹ ਕਰੇ ਕਿ ਸਾਡੇ 2 ਕਰੋੜ 77 ਲੱਖ ਲੋਕ ਕਿੰਨੀ ਮੂੰਗਫਲੀ ਖਾ ਜਾਂਦੇ ਹੈ, ਕਿੰਨੀ ਮੂੰਗੀ ਦੀ ਦਾਲ ਲੱਗਦੀ ਹੈ, ਕਿੰਨੇ ਪਿਆਜ਼ ਲੱਗਦੇ ਨੇ, ਕਿੰਨੀ ਲਸਣ ਲੱਗਦੀ ਹੈ। ਉਹ ਜਿਹੜੇ ਉਹਦੇ ਨਾਲ ਕੀ ਹੋਊਗਾ ਕਿ ਅੱਜ ਕੱਲ੍ਹ ਕੀ ਹੁੰਦਾ ਹੈ, ਲੈਟ ਸਪੋਜ਼ ਕੋਈ ਮੈਂ ਕਿਸਾਨਾਂ ਨੂੰ ਕਹਿਤਾ ਕਿ ਤੁਸੀਂ ਹਲਦੀ ਲਾ ਲਓ, ਸਾਰੇ ਕਿਸਾਨਾਂ ਨੇ ਹਲਦੀ ਲਾ ਲਈ, ਹਲਦੀ ਦੀ ਓਵਰ ਪ੍ਰੋਡਕਸ਼ਨ ਹੋ ਗਈ, ਉਹਦੀ ਡਿਮਾਂਡ ਇੰਨੀ ਨਹੀਂ ਸੀ ਜਿੰਨੀ ਉਹਦੀ ਸਪਲਾਈ ਹੋ ਗਈ, ਜਿਹਦੇ ਕਰਕੇ ਉਹਦੀ ਕੀਮਤ ਘੱਟ ਗਈ। ਹੋਊਗਾ ਕੀ ਕਿ ਜਦੋਂ ਇਹ ਰਜਿਸਟਰ ਕੀਤਾ ਜਾਊਗਾ ਬਕਾਇਦਾ, ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਆਰਗੈਨਿਕ ਐਗਰੀਕਲਚਰ ਸਭ ਤੋਂ ਜ਼ਿਆਦਾ ਆਸਟ੍ਰੇਲੀਆ 'ਚ ਹੁੰਦੀ ਹੈ ਜੀ, ਉਹਨਾਂ ਨੇ ਰਜਿਸਟਰ ਕੀਤਾ ਕਿ ਉਹ ਕਿਸਾਨਾਂ ਨੂੰ ਕੋਟਾ ਅਲਾਟ ਕਰਦੇ ਹੈ ਕਿ ਤੁਸੀਂ ਇੰਨੇ % ਜਿਹੜੀ ਤੁਹਾਡੀ ਜ਼ਮੀਨ ਹੈ ਇਹਦੇ 'ਚ ਸਬਜ਼ੀਆਂ ਲਾ ਸਕਦੇ ਹੋ, ਇੰਨੀਆਂ ਦਾਲਾਂ ਲਾ ਸਕਦੇ ਹੋ, ਇੰਨੇ ਤੇਲ ਬੀਜ ਲੱਗਣੇ ਚਾਹੀਦੇ ਸਾਡੇ ਜੀ। ਉਹਦੇ ਨਾਲ ਜਿਹੜਾ ਝੋਨੇ ਹੇਠੋਂ ਰਕਬਾ ਆਟੋਮੈਟਿਕਲੀ ਘੱਟ ਜੂਗਾ। ਜਿਹੜਾ ਸਰਪਲਸ ਫੂਡ ਜਿਹਨੂੰ ਗਵਰਨਮੈਂਟ ਕਹਿੰਦੀ ਹੈ ਕਿ 36,000 ਕਰੋੜ ਰੁਪਇਆ ਸਾਨੂੰ ਨਜਾਇਜ਼ ਪੈ ਜਾਂਦਾ ਜੀ ਹਰ ਸਾਲ ਜੀ, ਉਹਨਾਂ ਦੇ ਕੋਲੇ ਸਪਲਾਈ ਘੱਟ ਜੂਗੀ। ਸੇਜ਼ ਲਾ ਆਫ ਮਾਰਕੀਟ ਕਹਿੰਦਾ ਕਿ ਜੇ ਤੁਸੀਂ ਸਪਲਾਈ ਘਟਾ ਦਿਓ ਤਾਂ ਉਹਨਾਂ ਚੀਜ਼ਾਂ ਦੀ ਡਿਮਾਂਡ ਵੱਧ ਜਾਣੀ ਹੈ ਜੀ, ਜਦੋਂ ਡਿਮਾਂਡ ਵਧੂਗੀ ਤਾਂ ਉਹਨਾਂ ਦੀ ਪ੍ਰਾਈਸ ਵੱਧ ਜਾਣੀ ਹੈ। ਸੋ ਇਹ ਜਿਹੜਾ ਸੇਜ਼ ਲਾ ਆਫ ਮਾਰਕੀਟ ਦਾ ਫਾਰਮੂਲਾ ਹੈ ਉਹ ਸਾਡੇ 'ਤੇ ਲਾਗੂ ਹੋਣਾ ਹੈ। ਔਰ ਜਿਹੜੀ ਡਿਵਰਸੀਫਿਕੇਸ਼ਨ ਦੇ ਵਿੱਚ ਜਿਹੜੀ ਆਪਾਂ ਡਰ ਹੈ ਜਿਹੜਾ ਕਿ ਕਿਤੇ ਅੰਡਰ ਪ੍ਰੋਡਕਸ਼ਨ ਨਾ ਹੋ ਜਾਏ ਜਾਂ ਫਿਰ ਓਵਰ ਪ੍ਰੋਡਕਸ਼ਨ ਦੇ ਕਰਕੇ ਸਾਡੇ ਧਰਨੇ ਲੱਗ ਰਹੇ ਆ ਨਾ। ਅਸੀਂ ਓਵਰ ਪ੍ਰੋਡਿਊਸ ਕੀਤਾ, ਵੀਟ ਦਾ ਕੀਤਾ, ਪੈਡੀ ਦਾ ਕੀਤਾ, ਜਿਹਦੇ ਕਰਕੇ ਸਾਨੂੰ MSP ਮੰਗਣੀ ਪੈ ਰਹੀ ਹੈ, ਅਸੀਂ ਉਹਦਾ ਰਕਬਾ, ਪਾਣੀ ਸਾਡਾ ਖਰਾਬ ਹੋ ਰਿਹਾ ਹੈ। ਸੋ ਸਾਨੂੰ ਇਹਦਾ ਇੱਕ ਬੈਲੈਂਸ ਬਣਾਉਣਾ ਪਊਗਾ। ਸੁਸਾਈਡ ਵੀ ਤਾਂ ਇਸ ਦਾ ਹਿੱਸਾ ਹੈ। ਬਿਲਕੁਲ ਇਸੇ ਸਾਈਡ ਦਾ ਹਿੱਸਾ, ਕਿਉਂਕਿ ਖੇਤੀ ਤੇ ਹੋਰ ਜਿਹੜੇ ਖਰਚੇ ਜ਼ਿਆਦਾ ਪੈਣੇ ਸ਼ੁਰੂ ਹੋ ਗਏ, ਇਨਕਮ ਉਹਨਾਂ ਦੀ ਘਟ ਗਈ। ਕੁਝ ਫਸਲਾਂ ਤਾਂ ਸਦਾ ਵਾਸਤੇ ਮਾਰੀਆਂ ਗਈਆਂ ਜਿਹੜੀਆਂ ਇਨਕਮ ਪ੍ਰੋਡਿਊਸ ਕਰਦੀਆਂ ਸੀ, ਜਿਵੇਂ ਕਪਾਹ ਦੀ ਖੇਤੀ ਸੀ। ਸੋ ਇੱਕ ਤਾਂ ਮਾਡਲ ਹੈਗਾ ਕਿ ਸਾਨੂੰ, ਦੂਸਰੀ ਜਿਹੜੀ ਬਹੁਤ ਇੰਪੋਰਟੈਂਟ ਗੱਲ ਜੀ ਕਿ ਖੇਤੀ ਜਿਹੜੀ ਹੈ ਨਾ, ਇਹਨੂੰ ਤੁਸੀਂ ਪਹਿਲਾ ਸਰੋਤ ਨਹੀਂ ਬਣਾ ਸਕਦੇ ਹੁਣ ਜੀਵਨ ਦਾ, ਆਮਦਨ ਦਾ ਜੀ। ਇਹ 2 ਤਰ੍ਹਾਂ ਦੀਆਂ ਗੁੱਡਸ ਹੁੰਦੀਆਂ, ਇੱਕ ਹੁੰਦੀਆਂ ਕਮੋਡਿਟੀ ਗੁੱਡਸ ਜੀ, ਜਿਵੇਂ ਖਾਣ ਵਾਲੀਆਂ ਚੀਜ਼ਾਂ ਆ, ਖੇਤੀ ਚੀਜ਼ਾਂ, ਅਨਾਜ ਨੇ। ਦੂਜੀਆਂ ਹੁੰਦੀਆਂ ਮੈਨੂਫੈਕਚਰਡ ਗੁੱਡਸ, ਜਿਵੇਂ ਆਪਾਂ ਟੈਸਲਾ ਦੇ ਜਿਹੜੇ ਪਾਰਟਸ ਨੇ ਜੀ,
ਜੇ ਅਸੀਂ ਉਹਦਾ ਕੰਪੈਰੀਜ਼ਨ ਫੂਡ ਨਾਲ ਕਰਾਂਗੇ ਤਾਂ ਅਸੀਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੀ। ਕਿਉਂਕਿ ਇਲੋਨ ਮਸਕ ਹੋਰਾਂ ਨੇ ਟੈਸਲਾ ਦੇ ਤਾਂ ਬਹੁਤ ਉਹਨਾਂ ਦੇ ਸ਼ੇਅਰ ਬਹੁਤ ਉੱਪਰ ਜਾ ਰਹੇ ਨੇ। ਸੋ ਮੈਨੂਫੈਕਚਰਡ ਗੁੱਡਸ ਆਲਵੇਜ਼ ਮਹਿੰਗੀਆਂ ਹੁੰਦੀਆਂ, ਕੋਮੋਡਿਟੀ ਗੁੱਡਸ ਦੀ ਕੰਪੈਰੇਬਲ ਉਹ ਪ੍ਰਾਈਸ ਨਹੀਂ ਵੱਧਦੀ। ਇਸ ਕਰਕੇ ਕਿਉਂਕਿ ਇਹ ਖਾਂਦੇ ਆ ਲੋਕ, ਇਹਨਾਂ ਦੇ ਨਾਲ ਜੀਵਨ ਬਸਰ ਹੁੰਦਾ ਹੈ। ਸੋ ਇਸ ਕਰਕੇ ਉਹਨਾਂ ਨੂੰ ਗਵਰਨਮੈਂਟ ਵੀ ਜਿਹੜੀ ਹੈ ਉਹ ਬਹੁਤ ਮਹਿੰਗਾ ਨਹੀਂ ਕਰ ਸਕਦੀ। ਜੇ ਅਸੀਂ ਉਸ ਹਿਸਾਬ ਨਾਲ ਵੇਖੀਏ ਤਾਂ ਅੱਜ ਆਟਾ ਜਿਹੜਾ ਲੋਕ 20 ਰੁਪਏ ਕਿਲੋ ਲੈ ਰਹੇ ਹੈ, ਉਹਨਾਂ ਨੂੰ 200 ਰੁਪਏ ਕਿਲੋ ਪਊਗਾ ਜੀ। ਸੋ ਇਹ ਗਵਰਨਮੈਂਟਸ ਬੈਲੈਂਸ ਬਣਾ ਕੇ ਰੱਖਦੀਆਂ ਕਿ ਕਮੋਡਿਟੀਜ਼ ਗੁੱਡਸ ਕੰਪੈਰੇਬਲੀ ਉਨੀਆਂ ਨਹੀਂ ਵਧਦੀਆਂ ਜਿੰਨੀਆਂ ਮੈਨੂਫੈਕਚਰਡ ਗੁੱਡ ਵਧਦੀਆਂ। ਸੋ ਉਹਦੇ ਲਈ ਸਾਨੂੰ ਇੰਡਸਟਰੀ ਨਾਲ ਜੁੜਨਾ ਪੈਣਾ ਹੈ, ਸਾਨੂੰ ਮੈਨੂਫੈਕਚਰਿੰਗ ਨਾਲ ਜੁੜਨਾ ਪੈਣਾ ਹੈ, ਸਾਨੂੰ ਹੋਰ ਧੰਦੇ ਅਪਣਾਉਣੇ ਪੈਣੇ ਹੈ। ਇਹਦੇ ਲੜੀਵਾਰ ਦੇ ਵਿੱਚ ਨਾ, ਜਿਵੇਂ ਅਸੀਂ ਪਹਿਲਾਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਜੀ, ਤਾਂ ਫਿਰ ਅਸੀਂ ਇਹ ਗੱਲ ਕੀਤੀ ਕਿ ਖੇਤੀ ਤੁਹਾਨੂੰ ਚੰਗੀ ਸਿਹਤ ਦੇ ਸਕਦੀ ਹੈ, ਚੰਗਾ ਜੀਵਨ ਜਾਂਚ ਹੈ। ਇਹ ਬਿਜ਼ਨਸ ਨਹੀਂ ਹੈਗਾ। ਖੇਤੀ ਨੂੰ ਬਿਜ਼ਨਸ ਨਾ ਬਣਾਓ। ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਲੋੜਾਂ, ਸਾਡੀਆਂ ਲਗਜ਼ਰੀਸ ਲੋੜਾਂ ਸਾਨੂੰ ਜਿਹੜੀਆਂ ਮਰਸੀਡੀਜ਼ ਨਹੀਂ ਦੇ ਸਕਦੀ ਖੇਤੀ ਸਾਨੂੰ ਚੰਗਾ ਫੂਡ ਦੇ ਸਕਦੀ ਹੈ, ਚੰਗੀ ਸਿਹਤ ਦੇ ਸਕਦੀ ਹੈ। ਸੰਸਾਰ ਦਾ ਕਹਿੰਦੇ ਪਹਿਲਾ ਸੁੱਖ ਹੈ, ਪਹਿਲਾ ਸੁੱਖ ਨਰੋਈ ਕਾਇਆ, ਦੂਜਾ ਸੁੱਖ ਜੇ ਵਿੱਚ ਮਾਇਆ, ਤੀਜਾ ਸੁੱਖ ਗੁਣਵੰਤੀ ਨਾਰ, ਚੌਥਾ ਸੁੱਖ ਪੁੱਤ ਆਗਿਆਕਾਰ, ਵਾਹ ਵਾਹ, ਪੰਜਵਾਂ ਸੁੱਖ ਜੋ ਸਾਡੇ ਕੋਲੇ ਹੈ ਨਹੀਂ, ਦੇਸ਼ ਵਿੱਚ ਵਾਸਾ, ਤੇ ਛੇਵਾਂ ਸੁੱਖ ਧਰਮ ਪ੍ਰਗਾਸਾ। ਸੋ ਜਿਹੜੀ ਖੇਤੀ ਸਾਨੂੰ ਪਹਿਲਾ ਸੰਸਾਰ ਦਾ ਸੁੱਖ ਹੈ, ਨਰੋਈ ਕਾਇਆ, ਉਹ ਦੇ ਸਕਦੀ ਹੈ। ਪਰ ਅਸੀਂ ਇਹਦੇ ਨਾਲ ਬਿਜ਼ਨਸ ਨਹੀਂ ਕਰ ਸਕਦੇ। ਖੇਤੀ ਨਾਲ ਅਸੀਂ ਇਹਦੇ ਨਾਲ ਇਹ ਨਹੀਂ ਕਿ ਅਸੀਂ 500 ਮਣ ਕਿੱਲੇ ਦੀ ਕੱਢੀਏ ਤੇ ਬਹੁਤ ਜ਼ਿਆਦਾ ਰੇਹਾਂ ਪਾਈਏ। ਧਰਤੀ ਦੀ ਸਿਹਤ ਨਾਲ ਵੇਖੀਏ, ਧਰਤੀ ਦੀ ਸਿਹਤ ਸਾਨੂੰ ਧਰਤੀ ਆਪਣੇ ਇੱਕ ਜੀਅ ਮੁਤਾਬਕ ਸਾਡੇ ਇੱਕ ਘਰ ਦੇ ਮੈਂਬਰ ਵਾਂਗੂ ਲੈਣੀ ਪੈਣੀ ਹੈ। ਸਾਨੂੰ ਉਹਦੀ ਸਿਹਤ ਦਾ ਫਿਕਰ ਕਰਨਾ ਪੈਣਾ। ਸੁਰਜੀਤ ਸਿੰਘ ਜੀ, ਪਿਛਲੇ ਸਾਲਾਂ ਵਿੱਚ ਜੋ ਕੁਛ ਆਪਾਂ ਬੀਜਿਆ, ਜ਼ਿਆਦਾ ਫਸਲ ਕੱਢਣ ਲਈ ਅਸੀਂ ਕੀਟਨਾਸ਼ਕ ਦਵਾਈਆਂ ਜਾਂ ਹੋਰ ਬੜਾ ਕੁਛ ਫਸਲ ਨੂੰ ਪਾਇਆ ਕਿ ਸਾਡਾ ਝਾੜ ਵੱਧ ਆਵੇ। ਉਹਦਾ ਨੁਕਸਾਨ ਕਿਤੇ ਹੋਇਆ? ਸਾਡੇ ਤੇ ਹੋਇਆ, ਪੰਜਾਬ ਦੇ ਪਾਣੀ ਤੇ ਹੋਇਆ। ਅੱਜ ਕਿੱਥੇ ਦੀ ਕਿੱਥੇ ਚਲੇ ਗਿਆ। ਲੋਕ ਤੁਸੀਂ ਦੇਖ ਹੀ ਲਿਆ ਕਿ ਪਹਿਲਾਂ ਵਾਲੇ ਜੋ ਜਵਾਨ ਹੁੰਦੇ ਸੀ ਪੰਜਾਬ ਦੇ ਵਿੱਚ, ਉਹ ਪਹਿਲਾਂ ਵਾਲੀ ਜਵਾਨੀ ਕਿੱਥੇ ਰਹਿ ਗਈ। ਉਹਦਾ ਅਸਰ ਤੇ ਇੱਥੇ ਹੀ ਦੇਖਣ ਨੂੰ ਮਿਲਦਾ ਨਾ, ਆਪਣੇ ਸਾਹਮਣੇ ਤਾਂ ਹੈ ਸਾਰਾ ਕੁਛ। 80% ਜਿਹੜੇ ਬੱਚੇ ਹੈ ਉਹ ਜਿਹੜੀ ਮਾਲ ਨਿਊਟ੍ਰੀਸ਼ਨ ਦੇ ਸ਼ਿਕਾਰ ਨੇ ਜੀ। ਸੋ ਜਦੋਂ ਅਸੀਂ ਖੇਤੀ ਨੂੰ ਬਚਾਉਣ ਦੀ ਗੱਲ ਆਪਾਂ ਕੰਟੀਨਿਊ ਥੋੜ੍ਹੀ ਕਰ ਲਈਏ, ਫਿਰ ਇਸ ਗੱਲ 'ਤੇ ਵੀ ਆਵਾਂਗੇ ਜੀ। ਹਾਂਜੀ, ਖੇਤੀ ਨੂੰ ਬਚਾਉਣ ਸੀ ਵੀ ਜਿਹੜੇ ਜਿਵੇਂ ਪੰਜਾਬ ਦੇ ਵਿੱਚ, ਜਿਵੇਂ ਸਾਡੇ ਇੰਡੀਆ ਦੇ ਵਿੱਚ ਅਰਿੰਡ ਹੁੰਦਾ ਸੀ, ਉਹ ਬੜੀ ਮਤਲਬ ਜਿਹੜੇ ਆਮ ਲੋਕਾਂ ਨੇ ਉਹਨੂੰ ਕਦੀ ਇੰਪੋਰਟੈਂਸ ਨਹੀਂ ਸੀ ਦਿੱਤੀ। ਨਿੰਮ ਹੁੰਦੀ ਸੀ। ਅਰਿੰਡ ਦਾ ਤੇਲ ਦੀ ਜੇ ਕਿਤੇ ਅੰਤਰਰਾਸ਼ਟਰੀ ਤੁਸੀਂ ਮਾਰਕੀਟ ਦੇਖੋ ਤਾਂ ਉਹ 1500 ਰੁਪਏ ਦਾ ਛੋਟੀ ਜਿਹੀ ਬੋਤਲ ਹੈ ਅਰਿੰਡ ਦਾ ਤੇਲ ਜੀ। ਨਿੰਮ ਦੇ ਤੇਲ ਦੀ ਵੀ ਇਹੀ ਕੀਮਤ ਹੈ। ਔਰ ਅਰਿੰਡ ਜਾਂ ਨਿੰਮ ਬੜੇ ਥੋੜ੍ਹੇ ਕੰਟਰੀ 'ਚ ਹੋ ਸਕਦਾ ਹੈ। ਕੰਜ਼ੰਪਸ਼ਨ ਉਹਦੀ ਸਾਰੀ US 'ਚ ਹੁੰਦੀ ਹੈ, ਕੈਨੇਡਾ 'ਚ ਹੁੰਦੀ ਹੈ, UK 'ਚ ਹੁੰਦੀ ਹੈ। ਉੱਥੇ ਨਾ ਅਰਿੰਡ ਹੁੰਦਾ ਨਾ ਨਿੰਮ ਹੁੰਦੀ ਹੈ। ਉਹ ਕਿੰਨੀਆਂ ਬਿਮਾਰੀਆਂ ਦਾ ਇਲਾਜ ਆ ਉਹ। ਅਸੀਂ ਕੀ ਕੀਤਾ ਸੀ, ਅਸੀਂ ਜਿਹੜੀਆਂ ਉਹ ਲੋਕਲ ਸਾਡੇ ਜਿਹੜੇ ਸੀ ਨਾ ਪੌਦੇ ਸੀ ਜਿਹੜੇ ਜੀ। ਚਰਕ ਸੰਹਿਤਾ ਇੱਕ ਬਹੁਤ ਵੱਡੀ ਬੁੱਕ ਹੈ, ਜੇ ਤੁਸੀਂ ਕਿਤੇ ਉਹਦੇ ਬਾਰੇ ਸੁਣਿਆ ਹੋਵੇ ਜੀ। ਰਿਸ਼ੀ ਚਰਕ ਨੇ ਉਹ ਲਿਖੀ ਸੀ, ਜਿਹਦੇ ਵਿੱਚੋਂ ਪੂਰਾ ਅਯੁਰਵੇਦ ਨਿਕਲਿਆ। ਔਰ ਰਿਸ਼ੀ ਚਰਕ ਕਹਿੰਦਾ ਕਿ ਜਿਹੜਾ ਮਨੁੱਖ ਹੈ ਨਾ, ਉਹ ਜਿੱਥੇ ਪੈਦਾ ਹੁੰਦਾ ਹੈ ਜੀ, ਉਹਦੇ 25 ਕਿਲੋਮੀਟਰ 'ਚ 30 ਕਿਲੋਮੀਟਰ ਦੇ ਵਿੱਚ ਜਿਹੜੀ ਬੋਲੀ ਜਾਂਦੀ ਹੈ, ਜਿਹੜਾ ਫੂਡ ਖਾਧਾ ਜਾਂਦਾ ਹੈ, ਜਿਹੜੀਆਂ ਦਵਾਈਆਂ, ਜਿਹੜੀ ਬਨਸਪਤੀ ਉੱਥੇ ਹੁੰਦੀ ਹੈ, ਉਹ ਬੰਦੇ ਦੀ ਆਪਣੀ ਹੁੰਦੀ ਹੈ ਜੀ। ਉਹ ਬੰਦੇ ਦੀ ਜਿਹੜੀ ਸਿਹਤ ਹੈ ਉਸ ਬਨਸਪਤੀ ਵਿੱਚ ਰਹਿ ਕੇ ਹੀ ਠੀਕ ਹੋ ਸਕਦੀ ਹੈ ਜੀ। ਔਰ ਅਸੀਂ ਬਹੁਤ ਸਾਰੀਆਂ ਦਵਾਈਆਂ, ਜਿਹੜੇ ਸਾਡੇ ਸੀਡ ਸੀਗੇ ਪੁਰਾਣੇ, ਉਹ ਸਾਰੇ ਅਸੀਂ ਖਤਮ ਕਰਤੇ। ਮੇਰੇ ਖਿਆਲ 'ਚ ਮਾਰਕੀਟ 'ਚ 90% ਜਿਹੜੇ ਸੀਡ ਨੇ, ਉਹ ਸਰੋਂ ਦਾ ਹੋਵੇ, ਉਹ ਨਰਮੇ ਦਾ ਹੋਵੇ, ਮਿਲਣਾ ਮੁਸ਼ਕਲ, ਪੁਰਾਣੀ ਕਣਕ ਦਾ ਹੋਵੇ, ਜਾਂ ਸਾਡੇ ਪੁਰਾਣੇ ਅਨਾਜ ਹੋਣ, ਜਾਂ ਸਾਡੇ ਪੁਰਾਣੇ ਫਲ ਹੋਣ, ਈਵਨ ਉਹ ਸਾਰੇ ਜਿਹੜੇ ਫੂਡ ਆ ਉਹ GM ਫੂਡ, ਫੇਕ ਫੂਡ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਿਹਦੇ 'ਚ ਪੂਰੇ ਨਿਊਟ੍ਰੀਐਂਟਸ ਨਹੀਂ ਹੁੰਦੇ ਜੀ, ਉਹਨਾਂ ਦੇ ਮਿਲ ਰਿਹਾ। ਔਰ 10% ਸਾਡੇ ਸੀਡ ਜਿਹੜੇ ਆ ਲੋਕਾਂ ਨੇ ਆਪਣੇ ਕੋਈ ਸਾਂਭ ਕੇ ਰੱਖੇ ਹੈ। ਜਿਹੜੀ ਖੇਤੀ ਦਾ ਮਾਡਲ ਸਸਟੇਨੇਬਲ ਮਾਡਲ ਹੈ ਨਾ, ਉਹ 'ਚ ਬੀਜ ਸਾਡੇ ਆਪਣੇ ਘਰ ਦੇ ਹੋਣਗੇ, ਅਸੀਂ ਆਪਣੇ ਬੀਜ ਸਾਂਭਾਂਗੇ। ਸਾਡੀ ਖੇਤੀ ਦੇ ਉੱਤੇ ਕੋਈ ਰੇਹ ਸਪਰੇ ਨਹੀਂ ਹੋਊਗੀ। ਜ਼ੀਰੋ ਬਜਟ ਖੇਤੀ ਹੀ ਸਾਡਾ ਜਿਹੜਾ ਨਾ ਉਹ ਸਾਡੀ ਸਮੱਸਿਆ ਦਾ ਹੱਲ ਹੈ। ਪਰ ਹੁਣ ਜ਼ਮੀਨ ਉੱਦਾਂ ਦੀ ਹੋ ਗਈ ਨਾ। ਜ਼ਮੀਨ ਜੇ ਦੇਖੀਏ, ਜ਼ਮੀਨ ਜੇ ਨਹੀਂ ਹੁਣ ਰੇਹ ਵਗੈਰਾ ਜਾਂ ਦਵਾਈਆਂ ਵਰਤੀਆਂ ਜਾਣਗੀਆਂ, ਸੁਰਜੀਤ ਸਿੰਘ ਦੀ ਜ਼ਮੀਨ ਤਾਂ ਬੰਜਰ ਹੋ ਜਾਏਗੀ। ਫਿਰ ਦੇਖੋ, ਜਦੋਂ ਸਾਡੀ ਇਹ ਬਾਹਰ ਦੀਆਂ ਫਸਲਾਂ ਸਾਡੇ ਆਈਆਂ, ਬਾਹਰ ਦੇ ਸੀਡ ਸਾਡੇ ਆਏ, ਤਾਂ ਸਾਡੇ ਲੋਕਲ ਟਰੀ ਖਤਮ ਹੋ ਗਏ। ਸਾਡੀਆਂ ਟਾਹਲੀਆਂ, ਕਿੱਕਰਾਂ,
ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਮਾਲਵੇ ਦੇ ਵਿੱਚ ਜਿੱਥੇ ਮੂੰਗਫਲੀ ਦੀ ਫਸਲ ਹੁੰਦੀ ਸੀ, ਜੀ, ਜਿੱਥੇ ਸ਼ੱਕਰਕੰਦੀ ਹੁੰਦੀ ਸੀ, ਜਿੱਥੇ ਕਪਾਹ ਦੀ ਖੇਤੀ ਹੁੰਦੀ ਸੀ, ਜਿੱਥੇ ਚਿੱਬੜ ਹੁੰਦੇ ਸੀ, ਤਰਬੂਜ ਹੁੰਦੇ ਸੀ, ਖਰਬੂਜੇ ਹੁੰਦੇ ਸੀ, ਬੜਾ ਕੁਝ ਜਿਹੜਾ ਰੇਤਲੀ ਧਰਤੀ ਦੇ ਉੱਪਰ ਉਹ ਖਤਮ ਹੋ ਗਿਆ ਹੁੰਦਾ ਸੀ। ਉੱਥੇ ਇੱਕ ਟਰੀ ਹੁੰਦਾ ਸੀ, ਉਹਦਾ ਨਾਂ ਸੀ ਰੂੜਾ। ਮੈਂ 5 ਸਾਲ ਪਹਿਲਾਂ ਰਾਜਸਥਾਨ 'ਚ ਅਸੀਂ ਚੂਰੂ ਜ਼ਿਲ੍ਹੇ 'ਚ ਜਾ ਰਹੇ ਸੀ, ਤੇ ਮੈਂ ਸਾਰੇ ਪੜ੍ਹੇ ਲਿਖੇ ਬੰਦੇ ਸੀ। ਹਾਂਜੀ। ਔਰ ਆ ਮੁੰਡਾ ਕਾਂਗਰਸ ਦਾ ਲੀਡਰ ਜਿਹੜਾ ਹੁਣ ਕਿਸਾਨ ਅੰਦੋਲਨ 'ਚ ਗਿਆ, ਰਣਧੀਰ ਸਿੰਘ ਧੀਰਾ, ਜੀ, ਮੈਂ ਉਹਨੂੰ ਪੁੱਛਿਆ ਕਿ ਇਹ ਟਰੀ ਕਾਹਦਾ ਹੈ? ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ। ਮੈਂ ਕਿਹਾ ਇਹ ਮਾਲਵੇ ਦਾ ਪ੍ਰਸਿੱਧ ਟਰੀ ਰੂੜਾ ਹੈ ਜਿਹਦੇ ਚਰਖੇ ਬਣਦੇ ਸੀ। ਵਾਹ। ਮੇਰਾ ਦਿਲ ਕਰੇ ਮੈਂ ਰੂੜੇ ਨੂੰ ਕਹਾਂ ਵੀ ਬਾਈ ਰੂੜਿਆ ਤੂੰ ਪੰਜਾਬ ਨੂੰ ਕਿਉਂ ਛੱਡਤਾ। ਪਰ ਸਾਡੇ ਨਾ ਜਦੋਂ ਅਸੀਂ ਇਹ ਦਰਖਤ ਪੱਟੇ, ਸਾਡੀਆਂ ਤੁਸੀਂ ਦੇਖਿਆ ਹੁਣ ਪੁਰਾਣੀਆਂ ਸੜਕਾਂ ਤੇ ਟਾਹਲੀਆਂ ਦੇ ਦਰਖਤ ਪੱਟ ਕੇ ਉੱਥੇ ਇੱਕ 7 ਪੱਤਰੀ ਲਿਆ ਕੇ ਲਾਤੀ। ਉਹ ਟਰੀ ਹੈ ਨਹੀਂ ਪੰਜਾਬ ਦਾ, ਪਾਪੂਲਰ ਪੰਜਾਬ ਦਾ ਟਰੀ ਨਹੀਂ ਸੀਗਾ ਜੀ। ਪਰ ਦੇਖੋ ਉੱਤਰਾਖੰਡ ਦੇ ਵਿੱਚ ਇੱਕ ਚਿਪਕੋ ਅੰਦੋਲਨ ਚੱਲਿਆ ਸੀ, ਤੁਹਾਨੂੰ ਯਾਦ ਹੋਣਾ ਹੈ। ਉਸ ਚਿਪਕੋ ਲਹਿਰ ਦਾ ਜਿਹੜਾ ਲੀਡਰ ਸੀ ਨਾ ਜੀ, ਉਹ ਜਿਉਂਦਾ ਹਜੇ ਮੇਰੇ ਖਿਆਲ 95 ਸਾਲ ਦੀ ਉਮਰ 'ਚ ਨੇ। ਉਹ ਸੁੰਦਰ ਲਾਲ ਬਹੁਗੁਣਾ ਉਹਨਾਂ ਦਾ ਨਾਮ ਹੈ ਜੀ। ਉਹ ਦਰਖਤ ਨਾਲ ਚਿਪਕ ਜਾਂਦੇ ਸੀ ਜਾ ਕੇ। ਜਦੋਂ ਸਰਕਾਰ ਵੱਢਦੀ ਸੀ ਨਾ, ਉਹਨਾਂ ਦੀਆਂ ਕਾਰਪੋਰੇਟ ਕੰਪਨੀਜ਼ ਜਦੋਂ ਉਹਨਾਂ ਦੇ ਦਰਖਤ ਵੱਢਦੀ ਸੀ ਲੋਕਲ, ਤਾਂ ਉਹ ਬੰਦੇ ਦਰਖਤਾਂ ਦੇ ਨਾਲ ਚਿਪਕ ਜਾਂਦੇ ਸੀ ਵੀ ਸਾਨੂੰ ਵੱਢ ਲਓ, ਦਰਖਤ ਨਾ ਵੱਢੋ, ਦਰਖਤ ਨਾ ਵੱਢੋ। ਅਫਸੋਸ ਕਿ ਸਾਡੇ ਕੋਈ ਸੁੰਦਰ ਲਾਲ ਬਹੁਗੁਣਾ ਪੰਜਾਬ 'ਚ ਨਹੀਂ ਜੰਮਿਆ, ਤੇ ਨਾ ਪੰਜਾਬ 'ਚ ਕੋਈ ਚਿਪਕੋ ਮੂਵਮੈਂਟ ਚੱਲੀ। ਜਦੋਂ ਪੰਜਾਬ ਦੇ ਦਰਖਤਾਂ ਨੂੰ ਵੱਢ ਕੇ ਉੱਥੇ ਹੋਰ ਟਰੀ ਲਾਏ ਗਏ, ਉੱਥੇ ਅੱਜ ਕੱਲ੍ਹ ਪਹਾੜੀ ਕਿੱਕਰ ਹੋ ਰਹੀ ਹੈ, ਕਿਉਂਕਿ ਪੰਜਾਬ ਦਾ ਵਾਤਾਵਰਨ ਉਹ ਰਿਹਾ ਨਹੀਂ ਕਿ ਪੁਰਾਣੇ ਟਰੀ ਸਾਡੇ ਸਰਵਾਈਵ ਕਰ ਸਕਣ। ਜੀ। ਸੋ ਮੈਂ ਫਿਰ ਗੱਲ ਆਪਣੇ ਪਾਸੇ ਚਲੀ ਜਾਂਦੀ ਹੈ। ਮੈਂ ਗੱਲ ਲੈ ਕੇ ਆ ਰਿਹਾ ਕਿ ਖੇਤੀ ਦਾ ਜਿਹੜਾ ਮਾਡਲ ਸਸਟੇਨੇਬਲ ਸੀ ਨਾ, ਉਹ ਜਿਵੇਂ ਪਹਿਲੀ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ, ਦੂਜੀ ਅਸੀਂ ਕੀਤੀ ਕਿ ਓਵਰ ਜਿਹੜੀ ਪ੍ਰੋਡਕਸ਼ਨ ਨਾ ਹੋਵੇ, ਅੰਡਰ ਪ੍ਰੋਡਕਸ਼ਨ ਨਾ ਹੋਵੇ, ਸਰਕਾਰ ਇਹ ਨੀਤੀ ਬਣਾਵੇ, ਖੇਤਾਂ ਦੀ ਗਿਣਤੀ ਹੋਵੇ। ਉਹ ਕੋਆਪਰੇਟ ਮਾਡਲ ਜਿਹਦੀ ਅਸੀਂ ਪਿਛਲੇ ਚਰਚਾ ਕੀਤੀ ਸੀ ਕਿ ਕੋਆਪਰੇਟ ਸੋਸਾਇਟੀਜ਼ ਜਿਹੜੀਆਂ, ਜਿਵੇਂ ਅਮੁੱਲ ਦਾ ਜਿਹੜਾ ਹੈਗਾ ਪ੍ਰੋਜੈਕਟ ਤੁਸੀਂ ਸੁਣਿਆ ਹੋਣਾ ਹੈ, ਅਮੁੱਲ ਦਾ ਜੀ, ਮੇਰੇ ਖਿਆਲ 'ਚ ਸੰਸਾਰ ਦੇ ਕਾਮਯਾਬ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰੋਜੈਕਟ ਹੈ ਅਮੁੱਲ ਦਾ ਜੀ। ਉਹ ਕਿਵੇਂ ਮਤਲਬ ਸਸਟੇਨ ਕਰ ਰਿਹਾ ਹੈ, ਕਿੰਨੇ ਸਾਲਾਂ ਤੋਂ ਸਸਟੇਨ ਕਰ ਰਿਹਾ, ਔਰ ਉਹਨਾਂ ਦਾ ਜਿਹੜਾ ਬਹੁਤਾ ਕੰਟਰੋਲ ਹੈ ਉਹ ਲੇਡੀਜ਼ ਦੇ ਹੱਥ 'ਚ ਹੈ। ਉੱਥੋਂ ਲੋਕਲ ਦੁੱਧ ਹੀ ਪ੍ਰੋਡਿਊਸ ਸੀ। ਹੁਣ ਜਿਵੇਂ ਸਾਡੇ ਪੰਜਾਬ 'ਚ ਮਾਲਵਾ ਕਿੰਨੂ ਦੀ ਬੈਲਟ ਹੈ ਜੀ, ਇੱਥੇ ਪ੍ਰੋਸੈਸਿੰਗ ਯੂਨਿਟ ਲੱਗ ਜਾਣ। ਬਰਗਾੜੀ ਤੇ ਰਿਆੜਕੀ ਦਾ ਗੁੜ ਮਸ਼ਹੂਰ ਹੈ, ਇੱਥੇ ਗੁੜ ਦੇ ਯੂਨਿਟ ਲੱਗ ਸਕਦੇ ਆ ਜੀ। ਹੋਰ ਥਾਵਾਂ ਤੇ ਜਿਵੇਂ ਹੁਣ ਦੁਆਬਾ ਸੀਗਾ ਤੁਹਾਡਾ ਜੀ, ਉਹ ਕਹਿੰਦੇ ਸੀ ਕਿ ਇੱਕ ਗੀਤ ਸੀ ਵੀ ਛੱਡ ਕੇ ਦੇਸ਼ ਦੁਆਬਾ ਤੇ ਅੰਬੀਆਂ ਨੂੰ ਤਰਸੇਂਗੀ ਜੀ। ਮੈਨੂੰ ਲੱਗਦੀ ਵੀ ਜੇ ਉਹ ਗੀਤ ਹੁਣ ਗਾਉਣਾ ਹੋਵੇ ਤਾਂ ਉਹ ਕਹਿ ਵੀ ਛੱਡ ਕੇ ਦੇਸ਼ ਦੁਆਬਾ ਝੋਨੇ ਨੂੰ ਤਰਸੇਂਗੀ। ਬਿਲਕੁਲ ਟਰੂ ਆ ਤੁਹਾਡੀ ਸੋ ਗੱਲ। ਅਸੀਂ ਕੀ ਕੀਤਾ ਨਾ, ਜਿਹੜੀਆਂ ਸਾਡੀਆਂ ਲੋਕਲ ਕੁਦਰਤ ਨੇ ਪੈਦਾ ਕੀਤੀਆਂ ਸੀ, ਰੱਬ ਨੇ ਪੈਦਾ ਕੀਤੀਆਂ ਸੀ, ਪਰਮਾਤਮਾ ਨੇ ਚੀਜ਼ਾਂ ਪੈਦਾ ਕੀਤੀਆਂ ਸੀ, ਉਹਦੀ ਤਬਾਹੀ ਢਾਤੀ। ਉਹ ਜਿਹੜੇ ਜੀਵ ਜੰਤੂ ਸੀ, ਦਰਖਤ ਸੀ, ਟਰੀ ਸੀ, ਸਾਰੇ ਵੱਢ ਦਿੱਤੇ। ਉਹਦਾ ਅਸੀਂ ਉਹ ਨੁਕਸਾਨ ਕੀਤਾ ਵੀ ਜਿਹਦਾ ਕਿਤੇ ਲੇਖਾ ਜੋਖਾ ਹੀ ਨਹੀਂ ਕੀਤਾ। ਔਰ ਕਰਨਾ ਕਿਹਨੇ ਸੀ? ਜਾਂ ਸਰਕਾਰਾਂ ਕਰਦੀਆਂ ਤੇ ਜਾਂ ਸਾਡੀਆਂ ਜਿਹੜੀਆਂ PAU ਵਰਗੀਆਂ ਯੂਨੀਵਰਸਿਟੀਆਂ ਕਰਦੀਆਂ। ਇਹ ਚੁੱਪ ਰਹੀਆਂ। ਮੈਨੂੰ ਇਹਨਾਂ ਦੀ ਜਿਹੜੀ ਚੁੱਪ ਹੈ ਨਾ, ਉਹ ਬੇਈਮਾਨੀ ਵਾਲੀ ਚੁੱਪ, ਸਾਜ਼ਿਸ਼ੀ ਚੁੱਪ ਲੱਗਦੀ ਹੈ। ਮਤਲਬ ਅੱਜ ਵੀ ਇਹਦੇ 'ਤੇ ਕੋਈ ਡਾਇਲੋਗ ਨਹੀਂ ਹੋ ਰਿਹਾ। ਕਿੰਨਾ ਨੁਕਸਾਨ ਹੋ ਗਿਆ ਸਾਡਾ, ਇਹਦੇ 'ਤੇ ਕੋਈ ਡਾਇਲੋਗ ਨਹੀਂ ਹੋ ਰਿਹਾ। ਸੋ ਜਿਹੜਾ ਦੂਜਾ ਸੀ ਕਿ ਅਸੀਂ ਇਹ ਜਿਵੇਂ ਨਿੰਮ ਦਾ ਤੇਲ ਹੈ, ਅਰਿੰਡ ਦਾ ਤੇਲ ਹੈ, ਇਹਨਾਂ ਦੇ ਛੋਟੇ ਮੈਗਾ ਪ੍ਰੋਜੈਕਟ ਲਾਈਏ ਜੀ, ਜਿਹੜੇ ਅੰਤਰਰਾਸ਼ਟਰੀ ਲੈਵਲ ਤੇ ਇੱਕ ਕੰਮ ਸਰਕਾਰਾਂ ਦੇ ਹੁੰਦੇ ਆ। ਕਿਸਾਨਾਂ ਕੋਲੇ ਪੈਸੇ ਨਹੀਂ ਹੁੰਦੇ ਕਿ ਉਹ ਪ੍ਰੋਸੈਸਿੰਗ ਯੂਨਿਟ ਆਪਣੇ ਲਾਉਣ। ਜੇ ਖੇਤੀ ਦਾ ਮਾਡਲ ਚੇਂਜ ਨਾ ਕੀਤਾ ਤਾਂ ਆਉਣ ਵਾਲਾ ਜਿਹੜਾ ਭਵਿੱਖ ਹੈ ਬਹੁਤ ਖਤਰਨਾਕ ਹੋ ਸਕਦਾ। ਜਿੰਨਾ ਖਤਰਨਾਕ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਉਹ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਹੈ। ਇੱਥੇ ਲੜਾਈਆਂ ਜਿਹੜੀਆਂ ਨਾ ਉਹ ਪਾਣੀ ਦੀਆਂ ਹੋਣਗੀਆਂ ਜੀ। ਮਤਲਬ ਪਾਣੀ ਪੀਣ ਪਿੱਛੇ ਲੜ ਪਿਆ ਕਰਨਗੇ ਲੋਕ। ਵੈਸੇ ਤਾਂ ਸੰਸਾਰ ਪੱਧਰ 'ਤੇ ਹੀ ਇਹ ਗੱਲ ਦੀ ਬੜੀ ਚਰਚਾ ਕਿ ਆਉਣ ਵਾਲੇ ਜਿਹੜੀਆਂ ਲੜਾਈਆਂ ਉਹਦਾ ਰੀਜ਼ਨ ਪਾਣੀ ਹੋਊਗਾ। ਵੈਰੀ ਸੈਡ ਪਾਰਟ ਹੈ। ਤੇ ਹੁਣ ਅਸਲ ਦੇ ਵਿੱਚ ਜੇ ਆਪਾਂ, ਕਿਉਂਕਿ ਤੁਹਾਡੀਆਂ ਗੱਲਾਂ ਬਾਤਾਂ ਇੰਨੀਆਂ ਵਧੀਆ ਹੁੰਦੀਆਂ, ਮੈਂ ਵਿੱਚ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਗੱਲ ਦੇ ਵਿੱਚੋਂ ਗੱਲ ਨਿਕਲਦੀ ਆ। ਹੁਣ ਅੱਜ ਦੀ ਡੇਟ ਦੇ ਵਿੱਚ ਜੇ ਕਿਸਾਨ ਅੰਦੋਲਨ ਪੂਰੇ ਜ਼ੋਰਾਂ 'ਤੇ ਆ, ਠੀਕ ਹੈ, ਉਹ ਆਪਣੇ ਹੱਕਾਂ ਲਈ ਲੜ ਰਹੇ ਨੇ, ਪਰ ਉਹਦੇ ਨਾਲ ਬਦਲਾਅ ਲਿਆਉਣ ਲਈ ਕਿਸਾਨਾਂ ਨੂੰ ਜਾਂ ਸਰਕਾਰਾਂ ਨੂੰ ਕੋਈ ਹਰ ਇੱਕ ਦਾ ਹਿੱਸਾ ਤੇ 'ਚ ਪੈਣਾ ਚਾਹੀਦਾ ਨਾ। ਜੇ ਕੁਛ ਬਦਲਾਅ ਨਾ ਆਇਆ, ਬਦਲਾਅ ਨਹੀਂ ਲੈ ਕੇ ਆਂਦਾ, ਦੈਨ
ਪ੍ਰੋਬਲਮ ਬੜੀ ਆਏਗੀ ਤੇ ਬਦਲਾਅ ਲਿਆਉਣ ਤਾਂ ਕਿੱਦਾਂ ਲਿਆਉਣ? ਸਭ ਤੋਂ ਪਹਿਲਾਂ ਕਿ ਉੱਥੇ ਇੱਕ ਵਾਤਾਵਰਨ ਸਿਰਜਣਾ ਪੈਣਾ ਹੈ ਕਿ ਅਸੀਂ ਜ਼ੀਰੋ ਬਜਟ ਖੇਤੀ ਲਿਆਉਣੀ ਹੈ, ਜਿਹਦੇ 'ਚ ਪ੍ਰਵਾਸੀ ਬੰਦਿਆਂ ਦੀ ਬੜੀ ਜ਼ਿਆਦਾ ਸਮੂਲੀਅਤ ਹੈ। ਇੱਕ ਮੇਰੇ ਦੋਸਤ ਦੱਸਦੇ ਸੀ ਕਿ ਇੱਕ ਹਾਈਵੇ ਜਿਹੜਾ ਕਟੜਾ ਤੋਂ ਦਿੱਲੀ ਹਾਂਜੀ ਬਣਦਾ ਜਾ ਰਿਹਾ ਨਾ, ਉਹਦੇ 'ਚ 60% ਜ਼ਮੀਨਾਂ ਪ੍ਰਵਾਸੀ ਭਾਰਤੀਆਂ ਦੀਆਂ ਨੇ, ਔਰ ਉਹ ਜਿਹੜੀਆਂ ਜ਼ਮੀਨਾਂ ਨੇ ਨਾ, ਉਹ ਵੇਚ ਕੇ ਪੈਸਾ ਸਾਰਾ ਹੀ, ਉਹ ਕਹਿੰਦੇ ਟੈਕਸ ਵੀ ਪੈਂਦਾ ਪੈ ਜੇ, ਹਾਂਜੀ, ਪਰ ਸਾਡਾ ਪੈਸਾ ਅਸੀਂ ਬਾਹਰਲੇ ਕੰਟਰੀਆਂ 'ਚ ਲੈ ਕੇ ਆਉਣਾ। ਇਸ ਤਰ੍ਹਾਂ ਦੇ ਰੁਝਾਨ ਨੇ ਬਾਹਰ ਵਾਲੇ ਪ੍ਰਵਾਸੀ ਭਾਰਤੀਆਂ ਦੇ। ਸੋ ਇੱਕ ਤਾਂ ਇਹ ਹੈਗਾ ਕਿ ਪ੍ਰਵਾਸੀ ਜਿਹੜੇ ਲੋਕ ਹੈ, ਉਹ ਮੈਂ ਅੱਗੇ ਵੀ ਕਿਹਾ ਸੀ ਕਿ ਤੁਹਾਡੀ ਫਾਈਨੈਂਸ਼ੀਅਲ ਹੱਬ ਨੇ, ਉਹਨਾਂ ਲਈ ਇੱਕ ਮੰਤਰਾਲਾ ਕਾਇਮ ਕਰਨਾ ਚਾਹੀਦਾ ਸਰਕਾਰ ਨੂੰ, ਗਵਰਨਮੈਂਟ ਆਫ ਪੰਜਾਬ ਨੂੰ। ਜਦੋਂ ਕਿ ਸਟੇਟ ਦਾ ਹਰ 6ਵਾਂ-5ਵਾਂ ਬੰਦਾ ਬਾਹਰ ਬੈਠਾ ਹੋਵੇ, ਤਾਂ ਉਦੋਂ ਉਹਨਾਂ ਨੂੰ ਇੱਕ ਵਿਸ਼ੇਸ਼ ਮੰਤਰਾਲਾ ਜਿਹੜਾ ਸਿਰਫ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਨਾਲ ਸੰਬੰਧ ਰੱਖਦਾ ਹੋਵੇ ਜੀ, ਉਹ ਕਾਇਮ ਕਰਨਾ ਚਾਹੀਦਾ, ਕਿਉਂਕਿ ਇਹ ਬਹੁਤ ਵੱਡੀ ਸੰਖਿਆ 'ਚ ਲੋਕ ਨੇ ਜਿਹੜੀ ਬੜੀ ਵੱਡਾ ਉੱਥੇ ਬਦਲਾਅ ਲਿਆ ਸਕਦੇ ਆ। ਸੋ ਬਦਲਾਅ ਲਿਆਉਣ ਦੇ ਨਾਲ ਨਾਲ ਨਾ ਸਾਨੂੰ ਕਿਸਾਨਾਂ ਦੇ ਬੱਚਿਆਂ ਨੂੰ ਇਹ ਹੁਣ ਤੋਂ ਰੈਡੀ ਹੋਣਾ ਪਵੇਗਾ ਕਿ ਉਹ ਅੰਤਰਰਾਸ਼ਟਰੀ ਜਿਹੜੀਆਂ ਜੌਬਸ ਨੇ ਉਹ ਲੈਣ ਲਈ ਰੈਡੀ ਹੋਣ, ਪ੍ਰਪੇਅਰ ਹੋਣ, ਉਹਨਾਂ ਦੀ ਐਜੂਕੇਸ਼ਨ ਦਾ ਸਿਸਟਮ ਬਦਲਿਆ ਜਾਵੇ ਜੀ। ਮੈਂ ਥੋੜ੍ਹਾ ਜਿਹਾ ਯਾਰ ਤੁਹਾਨੂੰ ਐਗਜ਼ਾਮਪਲਸ ਦਿੰਦਾ ਹੈ। ਇਲੋਨ ਮਸਕ ਜਿਹਦੀ ਆਪਾਂ ਗੱਲ ਕਰਦੇ ਸੀ, ਅੱਜ ਸੰਸਾਰ ਦਾ ਸਭ ਤੋਂ ਅਮੀਰ ਵਿਅਕਤੀ ਹੈ ਜੀ, ਔਰ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਪਹਿਲਾ ਟ੍ਰਿਲੀਅਨੇਅਰ ਹੋਵੇਗਾ ਜੀ। ਉਹ ਕੈਨੇਡਾ 'ਚ 17 ਸਾਲ ਦਾ ਆਉਂਦਾ ਹੈ, ਸਾਡੀ ਕੁਈਨਜ਼ ਯੂਨੀਵਰਸਿਟੀ 'ਚ ਪੜ੍ਹਦਾ ਹੈ, ਸੋਫੇ 'ਤੇ ਕਿਸੇ ਫੈਕਟਰੀ 'ਚ ਸੌਂ ਜਾਂਦਾ ਸੀ, ਮਜ਼ਦੂਰ ਸੀ ਇੱਕ ਬੱਚਾ, ਔਰ ਉਸ ਮਜ਼ਦੂਰ ਨੇ ਪਿਛਲੇ 30 ਸਾਲਾਂ ਵਿੱਚ ਕਿੰਨੀ ਤਰੱਕੀ ਕੀਤੀ ਕਿ ਉਹਨੇ ਟੈਸਲਾ ਵਰਗੀ ਕੰਪਨੀ ਖੜੀ ਕਰਤੀ ਜੀ। ਸੈਟੇਲਾਈਟਸ ਜਿਹੜੀਆਂ ਸੀਗੀਆਂ ਉਹਨੇ ਬਾਏ ਕੀਤੀਆਂ। ਸੋ ਉਹ ਅੱਜ ਸੰਸਾਰ ਦਾ ਸਭ ਤੋਂ ਅਮੀਰ ਵਿਅਕਤੀ ਹੈ। ਐਮਾਜ਼ੋਨ ਦਾ ਜਿਹੜਾ ਓਨਰ ਹੈ ਜੀ, ਉਹਦਾ ਨਾਂ ਹੈਗਾ ਜੈਫ ਬਿਜ਼ੋਸ, ਉਹ ਦੂਜਾ ਅਮੀਰ ਵਿਅਕਤੀ ਹੈ ਜੀ। ਕੋਈ ਸੌਫਟਵੇਅਰ ਦਾ ਜਿਹੜਾ ਓਨਰ ਹੈ ਉਹ ਅਮੀਰ ਹੈ, ਕੋਈ ਫੇਸਬੁੱਕ ਦਾ ਓਨਰ ਅਮੀਰ ਹੈ, ਕੋਈ ਗੂਗਲ ਦਾ ਓਨਰ ਅਮੀਰ ਹੈ। ਮੈਂ ਸੋਚ ਰਿਹਾ ਸੀ ਕਿ ਪਹਿਲੇ 10 ਦੁਨੀਆ ਦੇ ਅਮੀਰ ਵਿਅਕਤੀ ਉਹ ਸਾਰੇ ਅਮਰੀਕਨ ਨੇ ਔਰ ਅਮਰੀਕਾ 'ਚ ਹੀ ਜੰਮੇ ਨੇ। ਸੋ ਸਾਨੂੰ ਜਿਹੜਾ ਡਿਸਕੋਰਸ ਅਸੀਂ ਬੱਚਿਆਂ ਨੂੰ, ਸਾਡੇ ਬੱਚੇ ਕਿਉਂ ਨਹੀਂ ਇਲੋਨ ਮਸਕ ਬਣ ਰਹੇ ਜੀ, ਸਾਡੇ ਬੱਚੇ ਕਿਉਂ ਕ੍ਰੀਏਟਿਵ ਕੰਮ ਨਹੀਂ ਕਰ ਰਹੇ, ਕਿ ਉਹਨਾਂ ਨੂੰ ਜੋ ਸੁਣਨ ਨੂੰ, ਜੋ ਉਹਨਾਂ ਨੂੰ ਪੜ੍ਹਨ ਨੂੰ ਤੇ ਉਹਨਾਂ ਨੂੰ TV 'ਤੇ ਦੇਖਣ ਨੂੰ ਮਿਲਦਾ, ਸਾਨੂੰ ਇਹਦਾ ਵੀ ਲੇਖਾ ਜੋਖਾ ਉਨਾ ਹੀ ਕਰਨਾ ਪੈਣਾ ਕਿ ਇਹਨਾਂ ਦਾ ਨੈਰੇਟਿਵ ਚੇਂਜ ਕੀਤਾ ਜਾਵੇ। ਇਹਨਾਂ ਦਾ ਈਡੀਅਮ ਜਿਹੜਾ ਲਾਈਫ 'ਚ ਪੜ੍ਹ ਰਹੇ ਨੇ, ਉਹ ਸਾਨੂੰ ਅੰਤਰਰਾਸ਼ਟਰੀ ਲੈਵਲ ਦੇ ਹਾਣ ਦਾ ਕਰਨਾ ਪਊਗਾ। ਸੁਰਜੀਤ ਸਿੰਘ ਜੀ, ਆਪਾਂ ਨਾ 10-15 ਸਾਲ 20 ਸਾਲ ਪਿੱਛੇ ਜਾਈਏ, ਸਾਡੇ ਵੀ ਮਨ 'ਚ ਸੀ, ਹਰ ਇੱਕ ਵਿਅਕਤੀ ਦੇ ਮਨ 'ਚ ਸੀ ਕਿ ਮੈਂ ਜਾ ਕੇ ਪੰਜਾਬ 'ਚ ਇਨਵੈਸਟਮੈਂਟ ਕਰਾਂ, ਜ਼ਮੀਨਾਂ ਲਵਾਂ, ਉੱਥੇ ਜਾ ਕੇ ਮੈਂ ਖੇਤੀ ਕਰਾਂ, ਉੱਥੇ ਜਾ ਕੇ ਆਪਣਾ ਰਹਿਣ ਬਸੇਰਾ ਇੱਕ ਬਣਾਵਾਂ। ਜਦੋਂ ਮੈਂ ਜਾਵਾਂ ਤਾਂ ਮੈਂ ਉੱਥੇ ਰਹਿ ਸਕਦਾ, ਮੈਂ ਕੋਈ ਲੋਕਾਂ ਨੂੰ ਆਪਣੇ ਪਿੰਡ ਦੇ ਲੋਕਾਂ ਦੀ ਜਾ ਕੇ ਮਦਦ ਕਰ ਸਕਦਾ, ਕੁਛ ਨਾ ਕੁਛ ਨਵਾਂ ਕਰ ਸਕਾਂ। ਪਰ ਹੁਣ ਕੀ ਹੋਇਆ? ਹੁਣ ਹਰ ਇੱਕ ਵਿਅਕਤੀ ਉੱਥੋਂ ਚਾਹੁੰਦਾ ਕਿ ਜਿਹਦਾ ਬੱਚਾ 12 ਗ੍ਰੇਡ ਕਰ ਗਿਆ, ਉਹ ਕਹਿੰਦੇ ਤੂੰ ਬਾਹਰ ਚਲ ਜਾ। ਠੀਕ ਆ, ਅਸੀਂ ਉੱਥੇ ਜਾਣਾ ਬੰਦ ਕਰਤਾ ਕਿਉਂਕਿ ਸਿਸਟਮ ਕਹਿ ਲਈਏ, ਜਾਂ ਸਾਨੂੰ ਉੱਥੇ ਜੋ ਸ਼ੋਹਰਤ ਮਿਲਣੀ ਚਾਹੀਦੀ ਸੀ, ਸਾਡਾ ਉੱਥੇ ਹਾਲ ਚਾਲ ਨਹੀਂ ਪੁੱਛਿਆ ਗਿਆ। ਇਸ ਕਰਕੇ ਬਾਹਰਲੇ ਲੋਕ ਜਿਹੜੇ ਆਪਾਂ ਬਹੁਤ ਵੱਡਾ ਹਿੱਸਾ ਪਾ ਸਕਦੇ, ਤੁਹਾਡੀ ਗੱਲ ਸਹੀ ਹੈ, ਪਰ ਅਸੀਂ ਡਰਦੇ ਹਾਂ ਵੀ ਜੇ ਮੈਂ ਉੱਥੇ ਜਾ ਕੇ ਕੋਈ ਚੰਗਾ ਕੰਮ ਕੀਤਾ, ਮੈਨੂੰ ਉਹਦਾ ਬੈਨੀਫਿਟ ਕੀ ਆ ਜਾਂ ਮੇਰੀ ਸਿਕਿਉਰਿਟੀ ਕੀ ਆ। ਸਭ ਤੋਂ ਵੱਡੀ ਗੱਲ ਹੈ ਬਿਲਕੁਲ, ਜਿਹੜੇ ਪ੍ਰਵਾਸੀ ਲੋਕ ਨੇ ਉਹ ਆਪਣੀ ਜਾਨ ਤੇ ਮਾਲ ਦੀ ਜਿਹੜੀ ਗੱਲ ਹੈ ਉਹ ਰਾਖੀ ਕਰਨਾ ਚਾਹੁੰਦੇ ਹੈ ਜੀ। ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਪਲਾਂਟਸ ਹੋਣ ਜਾਂ ਪੌਦੇ ਹੋਣ ਜਾਂ ਪੰਛੀ ਹੋਣ ਜਾਂ ਅਸੀਂ ਹੋਈਏ, ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਦੂਰ ਜਾ ਕੇ ਜੀ ਅਸੀਂ ਬਹੁਤ ਦੇਰ ਸਰਵਾਈਵ ਨਹੀਂ ਕਰ ਸਕਾਂਗੇ। ਨਾ ਸਾਡੀ ਬੋਲੀ ਰਹਿ ਸਕਣੀ ਹੈ, ਨਾ ਸਾਡਾ ਸੱਭਿਆਚਾਰ ਰਹਿ ਸਕਣਾ ਹੈ। ਅਸੀਂ ਪ੍ਰਵਾਸੀ ਇੱਥੇ ਆਏ ਸੀ, ਅਸੀਂ ਇੱਥੇ ਆਪਣੀ ਔਲਾਦ ਗਵਾ ਦਿਆਂਗੇ ਅਤੇ ਉੱਥੇ ਆਪਣੀ ਜਾਇਦਾਦ ਗਵਾ ਦਿਆਂਗੇ। ਜਾਇਦਾਦ ਅਸੀਂ ਆਏ ਸੀ ਕਮਾਉਣ, ਪਰ ਅਸੀਂ ਗਵਾਉਂਦੇ ਜਾ ਰਹੇ ਹਾਂ। ਸੋ ਇਹ ਜਿਹੜੇ ਵਿਚਾਰ ਨੇ ਪ੍ਰਵਾਸੀਆਂ 'ਚ, ਮੇਰੇ ਖਿਆਲ 'ਚ ਇਹ ਵੀ ਜਿਹੜਾ ਨੈਰੇਟਿਵ ਬਹੁਤ ਜ਼ਿਆਦਾ ਸਮਝਿਆ ਗਿਆ ਕਿ ਉੱਥੇ ਤੁਹਾਡੇ ਲੋਕ ਜਿਹੜੇ ਹੈ ਉਹ ਕੱਪੜੀ ਲਾ ਲੈਂਦੇ ਹੈ, ਤੁਹਾਡੇ ਨਾਲ ਸਿਰਫ ਫਾਈਨੈਂਸ਼ੀਅਲ ਰਾਸਤਾ ਰੱਖਦੇ ਹੈ। ਮੈਂ ਇਹ ਵੀ ਗੱਲ ਮੰਨਣ ਲਈ ਤਿਆਰ ਨਹੀਂ। ਅਸੀਂ ਪ੍ਰਵਾਸੀਆਂ ਨੇ ਜਾ ਕੇ, ਸਾਡੇ ਕੋਲ ਬਹੁਤੀ ਐਜੂਕੇਸ਼ਨ ਨਹੀਂ ਸੀ, ਅਸੀਂ ਇੱਥੋਂ ਮਜ਼ਦੂਰੀ ਕਰਕੇ ਥੋੜ੍ਹੇ ਬਹੁਤੇ ਪੈਸੇ ਕਮਾ ਕੇ
ਉੱਥੇ ਆਪਣਾ ਜਿਹੜਾ ਦਾਨ ਸੀ ਨਾ, ਆਪਣੇ ਜਿਹੜੇ ਪੈਸੇ ਸੀ ਉਹ ਗਲਤ ਡਾਇਰੈਕਸ਼ਨ ਚਲਾਉਂਦੇ ਰਹੇ। ਕਈ ਸ਼ੋਅ ਲੋਕ ਅਪ ਜ਼ਿਆਦਾ ਕੀਤੀ। ਅਸੀਂ ਕੀ ਕੀਤਾ, ਮਹਿੰਗੇ ਖਾੜੇ ਲਵਾ ਕੇ ਵਿਖਾਤੇ ਉਹਨਾਂ ਨੂੰ, ਉਹਨਾਂ ਦੇ ਕਬੱਡੀ ਦੇ ਜਿਹੜੇ ਪਲੇਅਰ ਸੀ ਉਹਨਾਂ ਨੂੰ ਨਸ਼ਿਆਂ ਤੇ ਲਾਤਾ ਜੀ। ਅਸੀਂ ਜਿਹੜਾ ਸੀ ਨਾ ਪ੍ਰੋਡਕਟਿਵ ਕੰਮ ਜਿਹੜਾ ਸੀ, ਸਟੇਟ ਦਾ ਭਲੇ ਦਾ ਕੰਮ ਸੀ, ਸਾਡੀ ਧਰਤੀ ਦੇ ਭਲੇ ਦਾ ਕੰਮ ਸੀ, ਪਾਣੀ ਦਾ ਬਚਾਉਣ ਦਾ ਕੰਮ ਸੀ, ਉਹਦੇ ਤੇ ਪ੍ਰਵਾਸੀ ਬੰਦੇ ਜਾਗਰੂਕ ਨਹੀਂ ਸੀ, ਪ੍ਰਵਾਸੀ ਡਾਇਲੌਗ ਹੀ ਨਹੀਂ ਸੀਗਾ। ਤੁਸੀਂ ਮੈਨੂੰ ਦੱਸੋ ਕਿ ਕਿੰਨੀਆਂ, ਮੈਂ ਫਿਰ ਉਹੀ ਗੱਲ ਹੈ ਕਿ ਮੈਨੂੰ ਆਪਣੀ ਪਰਸਨਲ ਗੱਲ ਕਰਨੀ ਨਹੀਂ ਚਾਹੀਦੀ ਮਾਧਿਅਮ ਦੇ ਰਾਹੀਂ। ਮੈਂ 5-7 ਸਾਲ ਪਹਿਲਾਂ ਜਦੋਂ ਇੱਥੇ ਇੱਕ ਗੱਲ ਤੋਰੀ ਸੀ ਅਸੀਂ, ਤਾਂ ਇੱਕ ਗੁਰਦੁਆਰੇ ਦਾ ਬਜਟ ਦੇਖਿਆ ਕਿ 3 ਮਿਲੀਅਨ ਇੰਡੀਆ ਦਾ 16 ਕਰੋੜ ਰੁਪਈਆ ਇੱਕ ਸਾਲ ਦਾ ਉਹਨਾਂ ਦਾ ਆਪਣੀ ਮੁੱਛ ਦੀ ਲੜਾਈ ਤੇ, ਆਪਣੇ ਹੰਕਾਰ ਦੀ ਲੜਾਈ ਦੇ ਉੱਤੇ ਲੱਗ ਗਿਆ ਕਿ ਫਲਾਣਾ ਬੰਦਾ ਪ੍ਰਧਾਨ ਸਾਡਾ ਧੜਾ ਬਣਨਾ ਚਾਹੀਦਾ। ਔਰ ਅਸੀਂ ਇਹੋ ਜਿਹੀਆਂ ਛੋਟੀ, ਉਹੀ ਸਾਲ ਸੀ ਜਦੋਂ ਇੱਥੇ ਇੱਕ ਮੰਦਿਰ ਵੀ ਆਪਣੇ ਹੈਗਾ, 25 ਵਾਰ ਲੜਾਈਆਂ ਹੋਈਆਂ ਸੀ ਉੱਥੇ। ਹਾਂਜੀ 25 ਵਾਰ ਪੁਲਿਸ ਮੰਦਿਰ ਚ ਇਨਵੋਲਵ ਹੋਈ ਸੀ। ਅਸੀਂ ਮਤਲਬ ਜਿਹੜੇ ਅਸੀਂ ਖੰਡ ਚ ਵੰਡੇ ਐ, ਛੋਟੀਆਂ ਛੋਟੀਆਂ ਹੰਕਾਰ ਦੀਆਂ ਲੜਾਈਆਂ ਲੜਨ ਵਾਲੇ ਬੰਦੇ ਐ, ਅਸੀਂ ਵੱਡੇ ਮੁੱਦਿਆਂ ਨੂੰ ਐਡਰੈਸ ਹੀ ਕਦੋਂ ਹੋਵਾਂਗੇ? ਅਸੀਂ ਜਾਤਾਂ ਧਰਮਾਂ ਚ ਵੰਡੇ, ਇੱਥੇ ਵੀ ਉਵੇਂ ਵੇ। ਅਸੀਂ ਜਿਹੜਾ ਸਾਡਾ ਨੈਰੇਟਿਵ ਇੱਥੇ ਸੀਗਾ, ਦੇਖੋ 4 ਪਿੱਲਰ ਨੇ ਸੋਸਾਇਟੀ ਦੇ ਜੀ, ਪ੍ਰਵਾਸੀ ਸੋਸਾਇਟੀ ਦੇ। ਇੱਕ ਹੈਗਾ ਪੋਲੀਟੀਕਲ ਜੀ, ਦੂਸਰਾ ਹੈਗਾ ਸਾਡਾ ਜਿਹੜਾ ਮੀਡੀਆ ਜਿਹਦੇ ਚ ਆਪਾਂ ਵੀ ਬਹੁਤ ਸਾਂਝੇ ਆ ਜਾਂਦੇ ਨੇ, ਤੀਸਰਾ ਕਹਿ ਲਓ ਕਿ NGOs ਨੇ, ਤੇ ਚੌਥਾ ਧਾਰਮਿਕ ਹੈ। ਤੁਸੀਂ ਸਾਰਿਆਂ ਦੀ ਐਸਟੈਬਲਿਸ਼ਮੈਂਟ ਦੇਖ ਲਓ, ਸਾਰਿਆਂ ਦੇ ਲੀਡਰ ਦੇਖ ਲਓ, ਕੀ ਉਹਨਾਂ ਦੇ ਕੋਲੇ ਇਸ ਲੈਵਲ ਦਾ ਕੋਈ ਥਾਟ, ਕੋਈ ਡਾਇਲੌਗ ਹੈਗਾ? ਤਾਂ ਫਿਰ ਕਿਵੇਂ ਅਸੀਂ ਬਚਾ ਲਾਂਗੇ? ਸਾਡੇ ਕੋਲੇ ਉਸ ਲੈਵਲ ਦੀ ਜੇ ਅਕਲ ਹੀ ਨਾ ਹੋਈ, ਵਿਚਾਰ ਹੀ ਨਾ ਹੋਏ, 4 ਪਿੱਲਰ ਨਾ ਸਟਰੋਂਗ ਹੋਏ, ਤਾਂ ਫਿਰ ਸਾਡਾ ਇੱਕ ਵੀ ਪਿੱਲਰ ਦੱਸੋ ਜਿਹੜਾ ਉੱਥੋਂ ਦੀ ਪੀੜ ਨੂੰ ਆਪਣੀ ਪੀੜ ਸਮਝਦਾ ਹੋਵੇ। ਮੈਂ ਕਹਿੰਦਾ ਤੁਸੀਂ 500 ਜਿਹੜਾ ਬੰਦਾ ਹੈ ਨਾ ਪ੍ਰਵਾਸੀ, ਉਹ ਜਾ ਕੇ ਡਿਸਾਈਡ ਕਰ ਲੈ ਕਿ ਅਸੀਂ ਉੱਥੇ ਰਹਿਣਾ ਹੈ, ਔਰ ਉਹਨਾਂ ਨੂੰ ਤੁਹਾਡਾ ਮੰਤਰਾਲਾ ਵੀ ਬਣਾਉਣਾ ਪੈਣਾ, ਤੁਹਾਨੂੰ ਆਪਣੀ ਸਟਰੈਂਥ ਸ਼ੋਅ ਕਰਨੀ ਪੈਣੀ ਹੈ ਕਿ ਤੁਸੀਂ ਕੁਛ ਕਰਨਾ ਚਾਹੁੰਦੇ ਹੋ। ਅਸੀਂ ਤਾਂ ਇਹ ਸੋਚਿਆ ਕਿ ਅਸੀਂ ਹੋਟਲ 'ਚ ਰਹਿਣਾ ਹੈ, ਆਪਣੀ ਜ਼ਮੀਨ ਵੇਚ ਕੇ ਤੇ ਪੈਸੇ ਇੱਥੇ ਲੈ ਆਉਣੇ ਆ। ਉਹ ਲੋਕ ਇਸ ਡਾਇਲੌਗ 'ਚ ਨਹੀਂ ਆਉਣਗੇ। ਇਸ ਡਾਇਲੌਗ 'ਚ ਉਹੀ ਲੋਕ ਆਉਣਗੇ ਜਿਨ੍ਹਾਂ ਨੂੰ ਹਲੇ ਆਪਣੀਆਂ ਜੜ੍ਹਾਂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਇਹ ਪਤਾ ਹੈ, ਇਹ ਲੇਖਾ ਜੋਖਾ ਹੈ ਕਿ ਇਸ ਕੰਟਰੀ 'ਚ ਅਸੀਂ ਕੀ ਗਵਾਉਣਾ ਹੈ। ਅਸੀਂ ਬੱਚਿਆਂ ਦੇ ਕੋਲੇ ਸਭ ਤੋਂ ਪਹਿਲਾਂ ਲੈਂਗੁਏਜ, ਸਾਡੇ ਬੱਚੇ ਕਿਸੇ ਦੇ ਵੀ ਪੰਜਾਬੀ ਨਹੀਂ ਬੋਲ ਸਕਦੇ, ਨਾਟ ਈਵਨ 50%। 50% ਬੱਚਿਆਂ ਨੂੰ ਸਾਡੀ ਬੇਸਿਕ ਪੰਜਾਬੀ ਦੀ ਸਮਝ ਨਹੀਂ ਹੈਗੀ। ਤਾਂ ਫਿਰ ਜਦੋਂ ਤੁਹਾਡਾ ਬਹੁਤ ਵੱਡਾ ਹਿੱਸਾ, ਲੈਂਗੁਏਜ ਬੜੀ ਵੱਡੀ ਚੀਜ਼ ਹੁੰਦੀ ਹੈ, ਇਹਦੇ ਘਾਟੇ ਪੂਰੇ ਨਹੀਂ ਹੋ ਸਕਦੇ। ਸਾਡਾ ਕਲਚਰ, ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡਾ ਖਾਣ ਪੀਣ, ਸਾਡੀਆਂ ਪਹਿਨਣ ਦੀਆਂ ਆਦਤਾਂ, ਜੇ ਸਾਡਾ ਸਾਰਾ ਕੁਝ ਹੀ ਚਲਾ ਗਿਆ ਤਾਂ ਫਿਰ ਅਸੀਂ ਕੀ ਖੱਟਿਆ? ਔਰ ਜੇ ਇੱਥੇ ਆ ਕੇ ਅਸੀਂ ਕਮਾਇਆ ਬਹੁਤ, ਗਵਾਇਆ ਬਹੁਤ ਕੁਛ। ਗਵਾਇਆ ਤਾਂ ਜ਼ਿਆਦਾ ਹੈ, ਜਿਹਦਾ ਅਸੀਂ ਐਕਚੁਅਲੀ ਸਾਨੂੰ ਨਾ ਸਾਰੀਆਂ ਗੱਲਾਂ 'ਚ ਲੇਖਾ ਜੋਖਾ ਇਕੱਲਾ ਫਾਈਨੈਂਸ਼ੀਅਲੀ ਕਰਦੇ ਹਾਂ। ਅਸੀਂ ਸੰਸਾਰ ਦੀਆਂ ਜਾਂ ਜੀਵਨ ਦੀਆਂ ਬਾਕੀ ਚੀਜ਼ਾਂ ਜਿਹੜੀਆਂ ਨਾ, ਸੋਸ਼ਲ ਪੱਖ ਹੈ ਸਾਡਾ, ਸਾਡਾ ਕਲਚਰਲ ਪੱਖ ਹੈਗਾ, ਸਾਡਾ ਅਕੈਡਮਿਕ ਪੱਖ ਹੈ, ਅਸੀਂ ਉਹਦਾ ਧਿਆਨ ਨਹੀਂ ਦਿੰਦੇ। ਇਹਦਾ ਮਹਿਸੂਸ ਸੁਰਜੀਤ ਸਿੰਘ ਜੀ ਉਦੋਂ ਹੁੰਦਾ ਜਦੋਂ ਬੱਚੇ ਕਿਸੇ ਦੇ ਛੋਟੇ ਆ ਨਾ, ਉਦੋਂ ਮਹਿਸੂਸ ਨਹੀਂ ਹੁੰਦਾ। ਜਦੋਂ ਬੱਚੇ ਵੱਡੇ ਹੋ ਜਾਂਦੇ ਆ, ਜਦੋਂ ਵਿਆਹੁਣ ਦੇ ਕਾਬਲ ਹੁੰਦੇ ਆ, ਉਦੋਂ ਵਿਅਕਤੀ ਫਿਰ ਪਿੱਛੇ ਜਾਂਦਾ 20-25 ਸਾਲ ਵੀ ਮੈਂ ਇੱਥੇ ਆਇਆ ਕੀ ਕਰਨ ਸੀ ਤੇ ਕੀ ਕਰ ਬੈਠਾ। ਉਦੋਂ ਫਿਰ ਸਮਾਂ ਸਾਥ ਨਹੀਂ ਦਿੰਦਾ। ਉਦੋਂ ਘੜੀ ਦੀਆਂ ਸੂਈਆਂ 25 ਸਾਲ ਪਿੱਛੇ ਨਹੀਂ ਜਾਂਦੀਆਂ ਕਦੇ ਜੀ। ਬੀਤਿਆ ਸਮਾਂ, ਲੰਘਿਆ ਵੇਲਾ, ਮੁੜ ਕੇ ਫਿਰ ਹੱਥ ਨਹੀਂ ਆਉਂਦਾ। ਤਾਂ ਫਿਰ ਅਸੀਂ ਕਹਿੰਦੇ ਹੁੰਦੇ ਆ ਵੀ, ਉਹ ਕਿਸੇ ਨੇ ਕਿਹਾ ਸੀ ਫਿਰ ਪੱਤਾ ਬਣਾ ਕੇ ਜਿਹੜੀ ਮਰਜ਼ੀ ਵੱਟ ਤੁਰਿਆ ਫਿਰੇ, ਹੈ ਨਾ। ਸੋ ਅੱਜ ਅਸੀਂ ਜਿਹੜੀ ਖੇਤੀ ਦੀ ਗੱਲ ਅਸੀਂ ਕਰਦੇ ਹਾਂ ਕਿ ਉੱਥੋਂ ਦਾ ਜਿਹੜਾ ਕਿਸਾਨ ਹੈ, ਇੱਕ ਤਾਂ ਇਹਨੂੰ ਦੂਜਾ ਧੰਦਾ ਮੰਨੇ, ਇਹਨੂੰ ਜੀਵਨ ਜਾਂਚ ਮੰਨੇ, ਤੁਹਾਨੂੰ ਬਹੁਤ ਵਧੀਆ ਫੂਡ ਖੇਤੀ ਦੇ ਸਕਦੀ ਹੈ। ਤੁਸੀਂ ਜਿੰਮ 'ਚ ਫਿਰਦੇ ਹੋ, ਆਪਣੇ ਸਬਜ਼ੀਆਂ ਲਾਓ, ਤੁਹਾਡੇ ਕੋਲ ਧਰਤੀ ਹੋਣੀ ਜ਼ਰੂਰੀ ਹੈ। ਦੂਜਾ ਸੀ ਕਿ ਡਾਇਵਰਸੀਫਿਕੇਸ਼ਨ। ਤੀਜਾ ਅਸੀਂ ਮੈਗਾ ਪ੍ਰੋਜੈਕਟਸ ਦੀ ਜਿਹੜੀ ਗੱਲ ਕੀਤੀ ਸੀ ਕਿ ਪ੍ਰੋਸੈਸਿੰਗ ਯੂਨਿਟ ਜਿਹੜੇ, ਦੇਖੋ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਕਲਾਲਾ ਪਿੰਡ ਹੈ ਬਠਿੰਡੇ ਡਿਸਟ੍ਰਿਕਟ 'ਚ ਜੀ। ਉੱਥੋਂ ਦੇ 2 ਬੱਚੇ ਇੱਥੇ ਕੈਨੇਡਾ ਦੀ ਧਰਤੀ ਤੇ ਆਉਂਦੇ ਆ, ਤੇ ਉਹ ਇੱਥੋਂ ਦੇ ਅੰਗੂਰ ਦੀ ਵਾਈਨ ਦੀ ਜਿਹੜੀ ਇੰਡਸਟਰੀ ਤਿਆਰ ਕਰ ਦਿੰਦੇ ਆ। ਔਰ ਕੈਨੇਡਾ ਦੀ ਨੰਬਰ 1 ਇੰਡਸਟਰੀ ਵਾਈਨ ਦੀ ਕਲਾਲਾ ਇੰਡਸਟਰੀ, ਆਪਣੇ ਪਿੰਡ ਦੇ ਨਾਂ ਤੇ, ਕਲਾਲਾ ਦੇ ਨਾਂ ਤੇ ਉਹਨਾਂ ਨੇ ਵਾਈਨ ਦਾ ਪ੍ਰੋਜੈਕਟ ਲਾਇਆ। ਹਾਂਜੀ। ਸੋ ਉਹ ਉੱਥੋਂ ਆ ਕੇ ਵਾਈਨ ਇੱਥੇ ਬਣਾ ਕੇ ਕਾਮਯਾਬ ਹੋ ਸਕਦੇ ਆ। ਸਾਡੀ ਮਾਲਵਾ ਬੈਲਟ ਅੰਗੂਰ ਦੇ ਲਈ, ਕਿੰਨੂ ਦੇ ਲਈ ਬਹੁਤ ਮਸ਼ਹੂਰ ਹੈ। ਅਸੀਂ ਕੋਈ ਪ੍ਰੋਸੈਸਿੰਗ, ਅਸੀਂ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਯੂਨਿਟ ਨਹੀਂ ਲਾਇਆ ਉੱਥੇ। ਸਾਡੀਆਂ ਗਵਰਨਮੈਂਟਸ ਨੂੰ ਚਾਹੀਦਾ, ਸਾਡੇ ਜਿਹੜੇ NRI ਵੀਰ ਹੈ ਉਹ ਬਾਕੀ ਹੋਰ ਥਾਵਾਂ 'ਤੇ ਲੱਭਦੇ ਫਿਰਦੇ ਆ,
ਉਹ ਸਾਡਾ ਫੂਡ, ਜਿਵੇਂ ਹੁਣ ਜਾਮਨ ਦਾ ਟਰੀ ਹੈ ਸਾਡਾ, ਜੀ। ਉਹਦਾ ਪਾਊਡਰ ਵੀ ਵਿਕਦਾ ਹੈ, ਉਹਦੀ ਜਿਹੜੀ ਛਿੱਲੜ, ਉਹਦੀ ਸਾਰਾ ਕੁਝ ਹੀ, ਉਹਦਾ ਜਿਹੜਾ ਵਰਲਡ ਹੈ ਨਾ, ਉਸ ਸੰਸਾਰ ਦਾ ਕਾਫੀ ਸਾਰੇ ਸਾ ਡਾਇਬੈਟਿਕ ਹੁੰਦਾ ਜਾਂਦਾ ਹੈ। ਕਿ ਸਰਕਾਰਾਂ ਨੂੰ ਆਲਟਰਨੇਟ ਕੁਛ ਨਾ ਕਰਨਾ ਚਾਹੀਦਾ, ਕੁਛ ਨਾ ਕੁਛ, ਜਿੰਨਾ ਚਿਰ ਆਲਟਰਨੇਟ ਨਹੀਂ ਕੁਛ ਹੁੰਦਾ, ਆ ਕਿ ਆਹ ਚੀਜ਼ ਨਹੀਂ ਤਾਂ ਆਹ ਹੈ, ਆਹ ਨਹੀਂ ਤਾਂ ਆਹ ਹੈ, ਜਿੰਨਾ ਚਿਰ ਨਹੀਂ ਹੁੰਦਾ ਕੁਛ ਵੀ, ਜੇ ਉਹਨਾਂ ਚਿਰ ਸਰਕਾਰਾਂ ਨਹੀਂ ਵੀ ਕਰਦੀਆਂ ਬਾਈ ਜੀ, ਮੈਂ ਤੁਹਾਨੂੰ ਇੱਕ ਪਿੰਡ ਦੀ ਗੱਲ ਦੱਸਦਾ। ਆਂਧਰਾ ਪ੍ਰਦੇਸ਼ ਦਾ ਪਿੰਡ ਸੀ ਇੱਕ, ਜੀ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਤਾਂ ਪੰਛੀ ਵੀ ਮਰ ਗਏ, ਸਾਡੀ ਮਤਲਬ ਜਿਹੜੀ ਹੈਗੀ ਹੈ ਬਨਸਪਤੀ ਵੀ ਉੱਜੜ ਰਹੀ ਹੈ, ਅਸੀਂ ਮਾਰੂਥਲ ਬਣ ਜਾਾਂਗੇ 20 ਸਾਲ ਤੋਂ ਬਾਅਦ, ਉਹ ਜਾਗ ਪਏ ਲੋਕ। ਸੁਰਤ ਦੇ ਤਲ ਤੇ ਜਾਗਣਾ ਤੇ ਵੈਸੇ ਜਾਗਣਾ, ਇਹ ਦੋਵਾਂ ਦਾ ਫਰਕ ਹੁੰਦਾ ਹੈ ਜੀ। ਉਹ ਵਿਜ਼ਨ ਸੀ ਉਹਨਾਂ ਕੋਲੇ, ਤਾਂ ਉਹਨਾਂ ਨੇ, ਇੱਕ ਪਿੰਡ ਨੇ ਫੈਸਲਾ ਕਰ ਲਿਆ ਵੀ ਅੱਜ ਤੋਂ ਬਾਅਦ ਅਸੀਂ ਰੇਹ ਸਪਰੇ ਦੀ ਵਰਤੋਂ ਨਹੀਂ ਕਰਨੀ। 3 ਸਾਲ 'ਚ ਉਹਨਾਂ ਦੀ ਧਰਤੀ ਦੀ ਸਿਹਤ ਤਕੜੀ ਹੋ ਗਈ ਜੀ, ਉਹਨਾਂ ਦੀ ਆਮਦਨ 'ਚ ਵਾਧਾ ਹੋ ਗਿਆ, ਔਰ ਕੋਆਪਰੇਟ ਤੌਰ ਤੇ ਉਹਨਾਂ ਨੇ ਖੇਤੀ ਕੀਤੀ। ਅੱਜ ਉਹਨਾਂ ਦੇ ਕੋਲੇ 6 ਲੱਖ ਹੈਕਟੇਅਰ ਦੇ ਉੱਪਰ ਆਰਗੈਨਿਕ ਖੇਤੀ ਕੀਤੀ ਜਾਂਦੀ ਹੈ ਆਂਧਰਾ ਪ੍ਰਦੇਸ਼ 'ਚ, ਔਰ ਉਹਨਾਂ ਦਾ ਇੱਕ ਟੀਚਾ ਹੈ ਕਿ ਅਸੀਂ 2024 ਤੱਕ 30 ਲੱਖ ਹੈਕਟੇਅਰ ਦੇ ਉੱਪਰ ਆਂਧਰਾ ਪ੍ਰਦੇਸ਼ ਦੀ ਖੇਤੀ ਲੈ ਕੇ ਜਾਵਾਂਗੇ। ਔਰ ਦੂਸਰੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ ਸਿੱਕਮ ਛੋਟਾ ਜਿਹਾ ਸਟੇਟ ਹੈ ਜੀ, ਉੱਥੇ ਸਾਰੇ ਦੇ ਸਾਰੇ ਸਟੇਟ ਦੇ ਵਿੱਚ ਜਿਹੜੀ ਆਰਗੈਨਿਕ ਖੇਤੀ ਕੀਤੀ ਜਾਂਦੀ ਹੈ। ਉੱਥੇ ਜਾ ਕੇ ਵੇਖਿਓ, ਉਹ ਲੋਕ ਆਪਣੇ ਸੀਡ ਰੱਖਦੇ ਆ, ਆਪਣੇ ਤਰੀਕੇ ਨਾਲ, ਕੋਆਪਰੇਟਿਵ ਤਰੀਕੇ ਨਾਲ ਖੇਤੀ ਕਰਦੇ ਆ, ਉਹਨਾਂ ਦੀ ਇਲੈਕਟ੍ਰਿਸਿਟੀ ਫ੍ਰੀ ਹੈ, ਉਹਨਾਂ ਦੀ ਜਿਹੜੀ ਕੁਕਿੰਗ ਗੈਸ ਆ ਉਹ ਫ੍ਰੀ ਹੈ, ਔਰ ਜੀਵਨ ਪੱਧਰ ਇੰਨਾ ਵਧੀਆ ਹੁੰਦਾ ਜਾਂਦਾ ਕਿ ਸ਼ਹਿਰਾਂ ਦੇ ਲੋਕ ਪਿੰਡਾਂ ਵੱਲ ਮੂਵ ਹੋਣ ਲੱਗ ਪਏ। ਸ਼ਹਿਰੀ ਬੰਦੇ ਕਹਿੰਦੇ ਕਿ ਅਸੀਂ ਆਪਣੇ ਜੋਗੀ ਖੇਤੀ ਆਪ ਕਰਨੀ ਹੈ, ਆਪਣੀਆਂ ਸਬਜ਼ੀਆਂ ਲਾਉਣੀਆਂ। ਤਾਂ ਸੁਰਜੀਤ ਸਿੰਘ ਜੀ, ਹੁਣ ਇਹ ਆ ਵੀ ਆਪਾਂ ਨੂੰ ਵੀ ਹੈਵ ਟੂ ਸਟਾਰਟ ਫਰਮ ਸਮਵੇਅਰ, ਕਿਤੇ ਨਾ ਕਿਤੇ ਆਪਾਂ ਨੂੰ ਸ਼ੁਰੂਆਤ ਕਰਨੀ ਪਏਗੀ। ਕਿਉਂ ਨਹੀਂ ਤੁਸੀਂ ਮੋਹਰੇ ਲੱਗ ਕੇ ਆਪਾਂ ਕੁਛ ਨਾ ਕੋਈ ਇਹੋ ਜਿਹੀ ਸੰਸਥਾ ਬਣਾਈਏ ਕਿ ਜਿਹੜੇ ਪੰਜਾਬ ਦੇ ਪਿੰਡਾਂ ਦੇ ਲੋਕ ਨੇ, ਕੋਈ ਕਮੇਟੀ ਬਣਾ ਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕੀਤਾ ਜਾਵੇ, ਜਾ ਕੇ ਉਹਨਾਂ ਦੀ ਮਦਦ ਕੀਤੀ ਜਾਵੇ। ਇੱਦਾਂ ਕੁਛ ਨਹੀਂ ਹੋ ਸਕਦਾ? ਮੈਂ ਤਾਂ ਇਹ ਕਹਿਣਾ ਹੁੰਦਾ ਕਿ ਸੋਲਜਰ ਤੇ ਫਾਰਮਰ ਕਦੀ ਰਿਟਾਇਰ ਨਹੀਂ ਹੁੰਦੇ, ਉਹ ਬਾਹਰ ਵੀ ਆ ਜਾਣ, ਉਹਨਾਂ 'ਚ ਫਾਰਮਰ ਜਿਉਂਦਾ ਰਹਿ ਜਾਂਦਾ। ਇੱਕ ਮੈਨੂੰ ਕਾਲ ਆਈ ਸੀ, ਉਹਦਾ ਜ਼ਿਕਰ ਕਰਕੇ ਆਪਾਂ, ਜੀ, ਹਾਂਜੀ, ਜਿਹੜੀ ਹੈ, ਹਾਂਜੀ, ਉਹ 3 ਭਰਾ ਬੈਠੇ, ਪਿਛਲਾ ਪ੍ਰੋਗਰਾਮ ਉਹਨਾਂ ਨੇ ਸਾਡਾ ਜਿਹੜਾ ਪਾਣੀ ਤੇ ਝੋਨੇ ਤੇ ਸੁਣਿਆ ਜੀ, ਤੇ ਉਹ ਕਹਿੰਦੇ ਕਿ ਅਸੀਂ ਵਾਅਦਾ ਕੀਤਾ ਕਿ ਅਸੀਂ ਆਪਣੀ ਜ਼ਮੀਨ ਦਾ 10ਵਾਂ ਹਿੱਸਾ, ਦਸਵੰਧ, ਅਸੀਂ ਪੰਜਾਬ ਦੇ ਜਿਹੜੇ ਟ੍ਰੈਡੀਸ਼ਨਲ ਟਰੀ ਨੇ ਨਾ, ਜੀ, ਟਾਹਲੀਆਂ, ਜੰਡ, ਕਰੀਰ, ਅਸੀਂ ਉਹਨਾਂ ਲਈ, ਬਨਸਪਤੀ ਲਈ, ਜੰਗਲ ਲਈ, ਜਿਹੜੀ ਝਿੜੀ ਲਈ ਛੱਡ ਦੇਣਾ ਹੈ, ਤਾਂ ਕਿ ਉੱਥੇ ਜਿਹੜੇ ਪਸ਼ੂ ਪੰਛੀ ਵੀ ਉੱਥੇ ਗੁਜ਼ਾਰਾ ਕਰਨ। ਤੇ ਉਹ ਕਹਿੰਦੇ ਵੀ ਅਸੀਂ ਫੈਸਲਾ ਬਾਈ ਜੀ ਕਰ ਲਿਆ ਇਹ। ਸਾਡੇ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਦਾ ਆਗਾਜ਼ ਕਰਤਾ ਕਿ ਅਸੀਂ ਝਿੜੀਆਂ ਛੱਡਣ ਦੀ ਮੂਵਮੈਂਟ ਚਲਾਈਏ, ਕਿਆਰਾ ਛੱਡਣ ਦੀ ਮੂਵਮੈਂਟ ਚਲਾਈਏ, ਇੱਕ ਕਿਆਰੇ ਜੰਗਲ ਜ਼ਰੂਰ ਲਾਈਏ ਅਸੀਂ। ਯਾਨੀ ਆਪਣਾ ਪ੍ਰੋਗਰਾਮ ਕਰਨ ਦਾ ਕੁਛ ਨਾ ਕੁਛ ਫਾਇਦਾ ਹੋ ਰਿਹਾ। ਬਹੁਤ ਜ਼ਿਆਦਾ ਕਾਲਸ ਆਈਆਂ, ਉਹਨਾਂ ਤੋਂ ਸਾਨੂੰ ਹੌਸਲਾ ਮਿਲਿਆ। ਅੱਜ ਅਸੀਂ ਬੈਠੇ ਹਾਂ ਤੇ ਉਹ ਜਿਹੜੇ ਸੁਹਿਰਦ ਸਰੋਤੇ, ਉਹ ਜਾਗਦੀ ਆਤਮਾ ਵਾਲੇ ਸਰੋਤੇ, ਉਹ ਕੁਦਰਤ ਤੇ ਧਰਤੀ ਤੇ ਰੱਬ ਨੂੰ ਪਿਆਰ ਕਰਨ ਵਾਲੇ ਸਰੋਤੇ, ਉਹ ਜਿਨ੍ਹਾਂ ਦੇ ਕਣ ਕਣ ਦੇ ਵਿੱਚ ਪੰਜਾਬ ਵਸਿਆ, ਉਹਨਾਂ ਦੀਆਂ ਜਿਹੜੀਆਂ ਕਾਲਾਂ ਨੇ, ਉਹਨਾਂ ਦਾ ਹੌਸਲਾ ਅਫਜ਼ਾਈ ਹੈ ਜਿਹੜਾ, ਅੱਜ ਸਾਨੂੰ ਬੜਾ ਉਹਨਾਂ ਤੋਂ ਬਲ ਮਿਲਦਾ ਹੈ। ਅਤੇ ਮੈਂ ਆਸ ਕਰਦਾ ਕਿ ਇਹ ਪ੍ਰੋਗਰਾਮ ਐ ਚੱਲੇ ਅਤੇ ਆਉਣ ਵਾਲੇ ਸਮੇਂ 'ਚ ਜਿੰਨਾ ਵੀ ਤਿਲ ਫੁੱਲ ਅਸੀਂ ਆਪਣੀ ਧਰਤੀ ਲਈ, ਆਪਣੀ ਜਨਮ ਭੂਮੀ ਲਈ ਕਰ ਸਕੀਏ, ਓਨਾ ਹੀ ਥੋੜ੍ਹਾ ਹੈ। ਸੁਰਜੀਤ ਸਿੰਘ ਜੀ, ਤੁਸੀਂ ਸਟੂਡੀਓ ਵਿੱਚ ਆਏ, ਪਰ ਗੱਲਾਂ ਹੋਰ ਬਹੁਤ ਨੇ। ਇਸ ਉੱਤੇ ਆਪਾਂ ਨੂੰ ਹਰ ਹਫ਼ਤੇ ਕੁਛ ਨਾ ਕੁਛ ਚਾਨਣਾ ਜ਼ਰੂਰ ਪਾਉਣਾ ਪਏਗਾ। ਜਿੱਦਾਂ ਤੁਸੀਂ ਕਿਹਾ ਕਿ ਇਹ ਕਾਲ ਤੁਹਾਨੂੰ ਆਈ, ਉਹਨਾਂ ਨੇ ਕਿੰਨੇ ਬੰਦਿਆਂ ਨਾਲ ਹੋਰ ਅੱਗੇ ਗੱਲ ਕਰਨੀ ਆ, ਉਹ 10 ਦੀਆਂ 20, 20 ਦੀਆਂ 100, 100 ਦੀਆਂ 200, ਇੱਦਾਂ ਅੱਗੇ ਵੱਧਦਾ ਗਿਆ ਇਹ ਕਾਫਲਾ ਬਹੁਤ ਵੱਡਾ ਹੋ ਜਾਏਗਾ। ਅਤੇ ਲੋਕ ਜਿਹੜੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦੇਣਗੇ, ਤਾਂ ਉਹਦੇ ਨਾਲ ਕੀ ਆ, ਪੰਜਾਬ ਬਚ ਸਕੇਗਾ। ਜਦੋਂ ਆਪਾਂ ਇੱਥੇ ਆਏ, ਬਾਹਰ ਮੋਟਰ ਰੱਖ ਕੇ, ਬਾਹਰ ਇੰਜਨ ਰੱਖ ਕੇ ਪਾਣੀ ਦੇ ਟਿਊਬਵੈੱਲ ਚੱਲਦੇ ਸੀ, ਅੱਜ 350 ਫੁੱਟ ਡੂੰਘਾ ਪਾਣੀ ਹੋ ਗਿਆ ਝੋਨਾ ਲਾਉਣ ਕਰਕੇ। ਜੀ ਦੇਖੋ, ਝੋਨਾ ਤਾਂ ਜਦੋਂ ਲੋਕਾਂ ਨੂੰ ਸਮਝ ਆ ਗਈ ਨਾ, ਜੀ, ਤੁਸੀਂ ਖੇਤਾਂ 'ਚ ਲਾਉਣ ਦੀ ਗੱਲ ਕਰਦੇ ਹੋ, ਇਹਨਾਂ ਨੇ ਤਾਂ ਰਾਤ ਨੂੰ ਸੁਪਨਾ ਵੀ ਨਹੀਂ ਲੈਣਾ ਝੋਨੇ ਦਾ। ਇਹ ਝੋਨਾ ਇੰਨਾ ਕੁ ਖਤਰਨਾਕ ਹੈ, ਝੋਨੇ ਦੇ ਨਾਲ ਜਿੰਨੀ ਤਬਾਹੀ ਕੁਦਰਤ ਦੀ ਹੁੰਦੀ ਹੈ ਜੀ, ਉਹਦਾ ਕੋਈ ਅਸੀਂ ਲੇਖਾ ਜੋਖਾ ਨਹੀਂ ਕਰਦੇ। ਦੇਖੋ, ਇਹ ਡਾਇਲੋਗ ਚਲਾਉਣਾ ਸੀ, ਇੱਥੋਂ ਦੀਆਂ ਅਸੀਂ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਦੇ ਹਾਂ, ਖਾਸ ਤੌਰ 'ਤੇ ਧਾਰਮਿਕ ਜਥੇਬੰਦੀਆਂ ਨੂੰ। ਜੀ, ਸਾਡਾ ਪੋਲੀਟੀਕਲ ਸਟਾਫ ਜਿਹੜਾ ਹੈ, ਉਹਦੀ ਵੀ ਪਾਰਟੀਸਪੇਸ਼ਨ ਪੰਜਾਬ ਲਈ ਬਹੁਤ ਮੱਧਮ ਹੈ, ਜੀ, ਮਤਲਬ ਨਾ ਮਾਤਰ ਹੀ ਕਹਿ ਲਓ। ਸਾਡੇ ਮਿਨਿਸਟਰ ਬਣ ਗਏ, ਅਸੀਂ 16-17 MP ਵੀ ਬਣਾ ਲਏ, ਪਰ ਬਣਾਏ ਕੀ,
ਵੀ ਨਾ ਉਹਨਾਂ ਦਾ ਹੋਮੋਪੈਥੀ ਦਵਾਈ ਵਾਂਗੂ ਨਾ ਕੋਈ ਫਾਇਦਾ ਤੇ ਨਾ ਕੋਈ ਨੁਕਸਾਨ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਇੱਥੋਂ ਦੇ ਜਿਹੜੇ ਲੋਕ ਹੈ ਉਹ ਸਾਡੀਆਂ ਗੱਲਾਂ ਦਾ ਅਸਰ ਕਰੋ, ਆਪਾਂ ਇਕੱਠੇ ਹੋ ਕੇ ਤੁਰੋ। ਇੱਕ ਇੱਕ ਬੰਦਾ ਬਦਲ ਸਕਦਾ, ਬਹੁਤ ਕੁਝ ਬਦਲਿਆ ਜਾ ਸਕਦਾ ਹੈ। ਸੋ ਮੈਂ ਤਾਂ ਆਲਵੇਜ਼ ਜੀ ਬਾਈ ਜੀ ਆਸਵੰਦ ਰਹਿਣਾ ਜੀ, ਤੇ ਮੈਂ ਇਹ ਚਾਹੁੰਦਾ ਕਿ ਇਹ ਜਿਹੜੀ ਲੜਾਈ ਹੈ ਨਾ ਜ਼ਿੰਦਗੀ ਦੇ ਆਖਰੀ ਦਮ ਤੱਕ ਲੜਦੇ ਰਹੀਏ। ਸਰਜੀਤ ਸਿੰਘ ਜੀ, ਸਾਡੇ ਨਾਲ ਤੁਸੀਂ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਬਸ ਸਮਾਂ ਸਾਡੇ ਲਈ ਕੱਢਦੇ ਰਿਹਾ ਕਰੋ, 1 ਬਾਈ 1 ਆਪਾਂ ਗੱਲਬਾਤ ਕਰਿਆ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ ਬਾਬੂ ਜੀ, ਥੈਂਕ ਯੂ ਤੁਹਾਨੂੰ। ਇਹ ਸਨ ਸਰਜੀਤ ਸਿੰਘ ਝਬੇਲ ਵਾਲੇ, ਜਿਨ੍ਹਾਂ ਨਾਲ ਅਸੀਂ ਹਰ ਹਫ਼ਤੇ ਖੇਤੀਬਾੜੀ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਅੱਜ ਕਿਸਾਨ ਅੰਦੋਲਨ ਦੀ ਗੱਲਬਾਤ ਸਾਰੇ ਕਰਦੇ ਆ, ਪਰ ਅਸੀਂ ਜੋ ਕੁਝ ਸਾਨੂੰ ਬਦਲਣਾ ਚਾਹੀਦਾ, ਪਹਿਲਾਂ ਬਦਲਣਾ ਚਾਹੀਦਾ ਸੀ, ਜੋ ਕਿ ਬਹੁਤ ਪਹਿਲਾਂ ਲੰਬਾ ਸਮਾਂ ਬਦਲਣਾ ਚਾਹੀਦਾ ਸੀ, ਉਹ ਅਸੀਂ ਆਲਰੇਡੀ ਪਿੱਛੇ ਜਾ ਚੁੱਕੇ ਹਾਂ। ਪਰ ਜੇ ਕੁਝ ਨਾ ਬਦਲਿਆ ਤਾਂ ਫਿਰ ਸਾਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਅੱਜ ਦਾ ਪ੍ਰੋਗਰਾਮ ਦੇਖਣ ਦਾ, ਸੁਣਨ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲ ਕਰਨੀ ਹੁੰਦੀ 4164197777। ਆਪਣਾ ਧਿਆਨ ਰੱਖੋ, ਦੂਜਿਆਂ ਦਾ ਧਿਆਨ ਰੱਖੋ, ਤਾਂ ਕਿ ਇਸ ਔਖੀ ਘੜੀ ਜੋ ਕਿ ਕਰੋਨਾ ਵਾਇਰਸ ਦੀ ਔਖੀ ਘੜੀ ਹੈ, ਇਸ ਵਿੱਚੋਂ ਆਪਾਂ ਲੰਘ ਸਕੀਏ। Have a nice day. Thank you so much.